ਸਾਹਿਬ ਜੀ ਦੋਹਰਾ। ਸ੍ਰੀ ਸਤਿਗੁਰ ਕਰ ਕਾਇਮੀ ਥਿਰੇ ਦੁਰਗ ਕੇ ਮਾਹੇ। ਪੀਛੇ ਲਸ਼ਕਰ ਸਤਰ ਕੋ ਖੋਜਤ ਪ੍ਰਾਪਤ ਨਾਹਿ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਭਰ ਕੇ ਸੰਧਿਆ ਦੇ ਦੀਵਾਨਾਂ ਵਿੱਚ ਸੋਦਰ ਰਾਜ ਸਾਹਿਬ ਦੇ ਪਾਠ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਸਾਹਿਬੇ ਕਮਾਲ ਪੰਥ ਦੇ ਵਾਲੀ ਸਰਵੰਸਦਾਨੀ ਸ਼ਮਸ਼ੇਰੇ ਬਹਾਦਰ ਦੇਗ ਤੇਗ ਦੇ ਧਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ 'ਚ ਜੋੜੀਏ। ਮਹਾਰਾਜ ਦੇ ਪਵਿੱਤਰ ਪਾਵਨ ਇਤਿਹਾਸ ਦੀ ਕਥਾ ਸਰਵਣ ਕਰੀਏ। ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਿਤਾ ਜੀ ਜਦੋਂ ਚਮਕੌਰ ਸਾਹਿਬ ਪਹੁੰਚੇ ਹਨ, ਗੜੀ ਦੇ ਵਿੱਚ ਜਾ ਉਤਾਰਾ ਕੀਤਾ ਹੈ, ਉਸ ਸਮੇਂ ਦੀ ਕਥਾ ਕਵੀ ਰਾਜ ਭਾਈ ਸਾਹਿਬ ਸੰਤੋਖ ਸਿੰਘ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਵਰਣਨ ਕਰ ਰਹੇ ਨੇ। ਮਨ ਬਿਰਤੀਆਂ ਮਹਾਰਾਜ ਕਲਗੀਧਰ ਪਿਤਾ ਦੇ ਚਰਨਾਂ 'ਚ ਜੋੜ ਕੇ ਆਖੀਏ ਸਤਿਨਾਮ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਸ੍ਰੀ ਸਤਿਗੁਰ ਕਰ ਕਾਇਮੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਥਿਰੇ ਦੁਰਗ ਕਾਇ ਮਾਹੇ। ਚਮਕੌਰ ਦੀ ਗੜੀ ਦੇ ਵਿੱਚ ਕਾਇਮੀ ਮਜ਼ਬੂਤੀ ਕਰ ਲਈ ਹੈ ਤੇ ਸਾਰੀਆਂ ਫੌਜਾਂ ਮੋਰਚਿਆਂ 'ਚ ਬੈਠ ਗਈਆਂ ਹਨ। ਪਿੱਛੇ ਲਸ਼ਕਰ ਸਤਰ ਕੋ ਪਿੱਛੇ ਵੈਰੀ ਦੀ ਫੌਜ ਜਿਹੜੀ ਅਨੰਦਪੁਰ ਸਾਹਿਬ ਵੱਲੋਂ ਆ ਰਹੀ ਸੀ, ਖੋਜਤ ਪ੍ਰਾਪਤ ਨਾਹਿ। ਉਹ ਗੁਰੂ ਸਾਹਿਬ ਨੂੰ ਲੱਭਣ ਦੀ ਕੋਸ਼ਿਸ਼ ਕਰਦੀ ਹੈ, ਪਰ ਗੁਰੂ ਸਾਹਿਬ ਉਹਨਾਂ ਨੂੰ ਲੱਭ ਨਹੀਂ ਰਹੇ। ਲਲਤ ਪਦ ਛੰਦ ਕੇਚਤ ਕਹੈ ਗੁਰੂ ਰਣ ਜੂਝਿਓ ਬਹੁਤੇ ਬਾਨ ਪ੍ਰਹਾਰੇ। ਕਈ ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਪਿੱਛੇ ਰਾਤ ਦੇ ਜੰਗ ਦੇ ਵਿੱਚ ਮਾਰੇ ਗਏ ਹਨ, ਸਾਡੇ ਨਾਲ ਲੜਦੇ ਹੋਏ। ਜਿਹੜਾ ਸ਼ਾਹੀ ਟਿੱਬੀ ਉੱਤੇ ਜੰਗ ਹੋਇਆ ਸੀ 4.5 ਘੰਟੇ, 12 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ 4:30 ਵਜੇ ਤੱਕ ਇਹ ਲੜਾਈ ਹੁੰਦੀ ਰਹੀ ਸੀ। ਭਾਈ ਉਦੈ ਸਿੰਘ ਸਾਹਿਬ ਜੀ ਜਰਨੈਲ ਉੱਥੇ ਸ਼ਹੀਦ ਹੋਏ ਸਨ। ਜਰਨੈਲ ਉਦੈ ਸਿੰਘ ਦੀ ਬਹਾਦਰੀ, ਉਹਨਾਂ ਦੇ ਪਰਾਕਰਮ ਨੂੰ ਵੇਖ ਕੇ ਤੁਰਕਾਂ ਨੂੰ ਇਹ ਭੁਲੇਖਾ ਪਿਆ ਸੀ ਕਿ ਸ਼ਾਇਦ ਇਹ ਗੁਰੂ ਗੋਬਿੰਦ ਸਿੰਘ ਹੀ ਸਾਡੇ ਨਾਲ ਲੜਦਾ ਹੋਇਆ ਮਾਰਿਆ ਗਿਆ ਹੈ। ਅਰਿਓ ਰਹਿਓ ਕਰ ਜੁਧ ਵਡੇਰਾ ਬਿੰਦਰਹਿ ਵੀਰ ਬਿਦਾਰੇ। ਕਹਿੰਦੇ ਬੜਾ ਲੜਾਕਾ ਸੀ, ਬੜਾ ਸੂਰਮਾ ਸੀ, ਬੜਾ ਲੜਿਆ ਰਿਹਾ, ਬੜਾ ਅੜਿਆ ਰਿਹਾ ਸਾਡੇ ਸਾਹਮਣੇ। ਉਹਨੇ ਸਾਡੇ ਹਜ਼ਾਰਾਂ ਬੰਦੇ ਮਾਰ ਦਿੱਤੇ ਹਨ। ਕੇਚਤ ਕਹੈ ਅਗਰ ਹੀ ਗਮਨਿਓ ਖੋਜਤ ਤਰੰਗ ਨੁਹਾਰੋ। ਤੇ ਕਈ ਕਹਿੰਦੇ ਹਨ ਵੀ ਨਹੀਂ, ਗੁਰੂ ਗੋਬਿੰਦ ਸਿੰਘ ਅੱਗੇ ਨਿਕਲ ਗਿਆ ਹੈ ਸਾਡੇ ਘੇਰੇ ਵਿੱਚੋਂ। ਘੋੜਿਆਂ ਦੀਆਂ ਪੈੜਾਂ ਦੱਸ ਰਹੀਆਂ ਹਨ ਵੀ ਬੰਦੇ ਨਦੀ ਤੋਂ ਪਾਰ ਬਹੁਤ ਹੋਏ ਹਨ। ਨਹਿ ਮਰ ਬੇਮਹਿਰਣ ਤੇ ਆਵਤ ਕਰਾਮਾਤ ਅਤ ਭਾਰੋ। ਉਹ ਆਪਸ ਵਿੱਚ ਗੱਲਾਂ ਕਰਦੇ ਤੁਰਕ, ਕਹਿੰਦੇ ਉਹ ਮਰਨ ਵਾਲਾ ਕਿੱਥੇ ਸੀ, ਉਹਦੇ ਬੜਾ ਕਰਾਮਾਤੀ ਸੀ, ਬੜਾ ਯੋਧਾ ਸੀ ਤੇ ਬੜੀਆਂ ਸ਼ਕਤੀਆਂ ਦਾ ਮਾਲਕ ਸੀ। ਤਮ ਮਹਿ ਲੜਤੇ ਕਛੂ ਨਾ ਸੂਝਿਓ ਕੋ ਬਚ ਕੋ ਲੜ ਮਾਰਾ। ਕਹਿੰਦੇ ਰਾਤ ਲੜਾਈ ਵਿੱਚ ਆਪਣੇ ਬਗਾਨੇ ਦਾ ਕੋਈ ਪਤਾ ਨਹੀਂ ਲੱਗਾ, ਕੀ ਪਤਾ ਕੌਣ ਬਚਿਆ ਤੇ ਕੌਣ ਮਾਰਿਆ ਗਿਆ ਹੈ। ਮਰੇ ਹਜ਼ਾਰੋਂ ਵੀਰ ਤੁਰੰਗਮ ਪਰਿਓ ਖੇਤ ਰਣ ਭਾਰਾ। ਹਜ਼ਾਰਾਂ ਸੂਰਮੇ ਰਾਤ ਮਾਰੇ ਗਏ ਨੇ, ਹਜ਼ਾਰਾਂ ਘੋੜੇ ਮਰੇ ਪਏ ਨੇ, ਕੀ ਪਤਾ ਗੁਰੂ ਗੋਬਿੰਦ ਸਿੰਘ ਜਿਉਂਦਾ ਨਿਕਲ ਗਿਆ ਹੋਵੇ। ਇਤਿਆਦਿਕ ਮਿਲ ਨਿਰਣੈ ਕਰ ਕਰ ਕਿਤ ਗਮਨੈ ਨਹਿ ਸੂਝੈ। ਇਸ ਤਰ੍ਹਾਂ ਵੱਡੇ ਵੱਡੇ ਸੂਬੇਦਾਰ, ਵਜ਼ੀਰ ਖਾਨ ਸਰਹੰਦ ਵਾਲਾ, ਜ਼ਬਰਦਸਤ ਖਾਨ ਲਾਹੌਰ ਵਾਲਾ, ਭੀਮ ਚੰਦ ਅਤੇ 22 ਧਾਰ ਦੇ ਰਾਜੇ, ਸਾਰੇ ਵੱਡੇ ਵੱਡੇ ਅਫਸਰ ਆਪਸ ਵਿੱਚ ਸਲਾਹਾਂ ਕਰਦੇ ਨੇ ਹੁਣ ਕਿੱਧਰ ਜਾਈਏ, ਕੋਈ ਪਤਾ ਨਹੀਂ ਲੱਗਦਾ, ਸੁਝਦਾ ਹੀ ਕੁਛ ਨਹੀਂ ਹੈ। ਆਗੇ ਤੇ ਪਾਛੇ ਤੇ ਆਵਤ ਸਤਿਗੁਰ ਕੀ ਸਦ ਬੂਝੈ। ਕੋਈ ਅੱਗੋਂ ਆਉਂਦਾ ਹੋਵੇ, ਕੋਈ ਪਿੱਛੋਂ ਆਉਂਦਾ ਹੋਵੇ, ਰਾਹਗੀਰਾਂ ਨੂੰ ਪੁੱਛਦੇ ਫਿਰਦੇ ਨੇ ਤੁਸੀਂ ਕਿਤੇ ਗੁਰੂ ਗੋਬਿੰਦ ਸਿੰਘ ਦਾ ਨਹੀਂ ਵੇਖਿਆ। ਕਹਿੰਦੇ ਗੁਰੂ ਨੂੰ ਜਾਂਦਿਆਂ ਦੇ ਨਹੀਂ ਵੇਖਿਆ, ਕੋਈ ਬੰਦੇ ਦਾ ਨਹੀਂ ਵੇਖਿਆ, ਘੋੜਿਆਂ ਦੇ ਹਥਿਆਰਬੰਦ ਜਾਂਦੇ ਹੋਏ। ਨਿਸ ਮਹਿ ਤਿਮਰ ਪਰਸ ਪਰ ਲਰਮਰ ਘਾਇਲ ਤੁਰਕ ਪਹਾਰੀ। ਸਾਰੀ ਰਾਤ ਲੜਾਈ ਹੁੰਦੀ ਰਹੀ, ਹਨੇਰਾ ਵੀ ਸੀ, ਮੀਂਹ ਵੀ ਪੈ ਰਿਹਾ ਸੀ, ਪਤਾ ਕੁਝ ਲੱਗਦਾ ਨਹੀਂ ਸੀ। ਇਸ ਕਰਕੇ ਤੁਰਕ ਵੀ ਬਹੁਤ ਮਾਰੇ ਗਏ ਤੇ ਪਹਾੜੀ ਵੀ ਬਹੁਤ ਮਾਰੇ ਗਏ। ਸੁਰਤ ਸੰਭਾਰ ਸੰਭਾਰ ਪਰੇ ਮਗ ਤਰਾਸ ਕਰੇ ਉਰ ਭਾਰੀ। ਸਾਰੀ ਰਾਤ ਲੜ ਲੜ ਕੇ ਜਾਗ ਜਾਗ ਕੇ ਸੂਬੇ ਤੇ ਰਾਜੇ ਵੀ ਥੱਕੇ ਟੁੱਟੇ ਪਏ ਸਨ। ਸਵੇਰੇ ਮਾੜਾ ਮੋਟਾ ਮੂੰਹ ਹੱਥ ਧੋਇਆ ਕਿਤੇ ਤੇ ਮਾੜਾ ਜਿਹਾ ਇੱਧਰ ਉੱਧਰ ਦੇਖਿਆ, ਜਦ ਚਾਨਣਾ ਹੋਇਆ ਨਾ, ਲੋ ਲੱਗੀ
ਤੇ ਆਪਣੀਆਂ ਫੌਜਾਂ ਮਰੀਆਂ ਪਈਆਂ ਵੇਖੀਆਂ, ਘੋੜੇ ਮਰੇ ਪਏ ਵੇਖੇ, ਜਵਾਨ ਵੇਖੇ, ਤੇ ਫਿਰ ਸੁਰਤ ਸੰਭਾਲਣ ਦੀ ਕੋਸ਼ਿਸ਼ ਕਰਦੇ ਹਨ। ਜੇ ਆਨੰਦਪੁਰ ਕੀ ਵੱਡ ਸੈਨਾ ਲੋਪਰ ਲੜ ਲੜ ਹਾਰੇ। ਜਿਹੜੀ ਆਨੰਦਪੁਰ ਸਾਹਿਬ ਨੂੰ ਘੇਰਾ ਪਾਈ ਬੈਠੀ ਸੀ ਫੌਜ, ਜਿਹੜੀ ਰੋਪੜ ਤੱਕ ਲੜ ਲੜ ਕੇ ਹਾਰ ਗਈ ਸੀ, ਥੱਕ ਗਈ ਸੀ। ਦਿਨ ਤੇ ਛੂਟਿਓ ਸੰਗ ਗੁਰ ਕੇਰਾ, ਪਚ ਪਚ ਝਖੇ ਗਵਾਰੇ। ਉਹਨਾਂ ਦੇ ਨਾਲੋਂ ਮਹਾਰਾਜ ਦਸਵੇਂ ਪਾਤਸ਼ਾਹ ਦੀ ਵਾਹਵਾ ਵਿੱਚ ਪੈ ਗਈ। ਮਹਾਰਾਜ ਉਹਨਾਂ ਦੇ ਘੇਰੇ ਚੋਂ ਨਿਕਲ ਗਏ ਹਨ। ਜ਼ੋਰ ਲੱਗ ਗਿਆ ਉਹਨਾਂ ਦਾ, ਸਾਰਿਆਂ ਦਾ, ਤੁਰਕਾਂ ਦਾ, ਪਹਾੜੀਆਂ ਦਾ। ਦਿੱਲੀ ਤੇ ਜੋ 10 ਲੱਖ ਪਹੁੰਚੀ, ਤਨੋ ਗੁਰੂ ਸਿੱਧ ਪਾਈ। ਇਧਰੋਂ ਦਿੱਲੀ ਤੋਂ 10 ਲੱਖ ਤਾਜ਼ਾ ਦਮ ਫੌਜ ਆਈ ਸੀ, ਜਿਨ੍ਹਾਂ ਨੂੰ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਜੀ ਹੋਰੀ ਕਿਲੇ ਤੋਂ ਨਿਕਲ ਆਏ ਨੇ ਤੇ ਚਮਕੌਰ ਵਾਲੇ ਪਾਸੇ ਗਏ ਨੇ। ਨਿਕਸ ਆਨੰਦਪੁਰ ਤੇ ਬਹੁ ਜੂਝੇ, ਰਹੀ ਚਮੂ ਪਿਛਵਾਈ। ਉਹ ਦਿੱਲੀ ਵਾਲੇ ਤਾਂ ਆ ਰਹੇ ਸੀ ਵੀ ਅਸੀਂ ਆਨੰਦਪੁਰ ਜਾਵਾਂਗੇ ਤੇ ਗੁਰੂ ਨੂੰ ਘੇਰਾ ਪਾਵਾਂਗੇ ਜਾਂ ਲੜਾਈ ਕਰਕੇ ਗੁਰੂ ਨੂੰ ਮਾਰਾਂਗੇ, ਫੜਾਂਗੇ। ਪਰ ਜਦੋਂ ਉਹਨਾਂ ਨੂੰ ਮੁਰਿੰਡੇ ਦੇ ਲਾਗੇ ਜਾਂ ਸਰਹੰਦ ਟੱਪੇ ਹਨ, ਪਠਾਣਾ ਦੀ ਬਸੀ ਕੋਲ ਹੀ ਪਹੁੰਚੇ ਤੇ ਪਤਾ ਲੱਗ ਗਿਆ ਵੀ ਆਨੰਦਪੁਰ ਤਾਂ ਗੁਰੂ ਨੇ ਕਿਲਾ ਰਾਤ ਛੱਡ ਦਿੱਤਾ ਹੈ ਤੇ ਗੁਰੂ ਉਥੋਂ ਨਿਕਲ ਕੇ ਬੜੀ ਬਹਾਦਰੀ ਨਾਲ ਲੜਿਆ ਹੈ ਤੇ ਬਹੁਤ ਫੌਜਾਂ ਤਬਾਹ ਕਰਕੇ ਨਿਕਲ ਗਿਆ ਹੈ। ਨਾਮ ਗ੍ਰਾਮ ਚਮਕੌਰ ਤੁੰਗ ਥਲ, ਆਏ ਸੋ ਕਾਇਮ ਕੀਨਾ। ਕਿਸੇ ਨੇ ਆ ਕੇ ਦੱਸਿਆ ਵੀ ਗੁਰੂ ਨੇ ਚਮਕੌਰ ਨਾਮ ਦੇ ਪਿੰਡ ਵਿੱਚ ਉੱਚੀ ਟਿੱਬੀ ਦੇ ਉੱਤੇ ਗੜੀ ਦੇ ਵਿੱਚ ਕਬਜ਼ਾ ਕਰ ਲਿਆ ਹੈ ਤੇ ਉੱਥੇ ਮੋਰਚੇਬੰਦੀ ਕਰੀ ਬੈਠਾ ਹੈ। ਦਈ ਸਕਲ ਸੁਧ ਗਇਓ ਜਾਟ, ਇੱਕ ਹਮਕੋ ਗੁਰ ਗਹਿ ਲੀਨਾ। ਕਿ ਉਹਨਾਂ ਜੱਟਾਂ ਨੇ ਵੀ ਜਾ ਕੇ ਖਬਰ ਦਿੱਤੀ ਜਿਨ੍ਹਾਂ ਨੇ ਗੜੀ 'ਚ ਕਬਜ਼ਾ ਕੀਤਾ ਸੀਗਾ। ਉਹ ਆਪਣਾ ਬਾਲ ਬੱਚਾ ਟੱਬਰ ਟੀਰ ਪਿੰਡ ਵਾਲੇ ਲੈ ਕੇ ਸਭ ਗੱਡਿਆਂ ਰੋੜਿਆਂ ਦੇ ਭੱਜ ਕੇ ਮਾਲ ਡੰਗਰ ਲੈ ਕੇ ਵੀ ਇੱਥੇ ਤਾਂ ਲੜਾਈ ਹੋਣੀ ਹੈ। ਉਹ ਜਾ ਕੇ ਤੁਰਕਾਂ ਨੂੰ ਮਿਲੇ ਸਫਾਈ ਦੇਣ ਵਾਸਤੇ, ਵੀ ਕਿਤੇ ਤੁਰ ਗਏ ਨਾ ਕਹਿਣ ਵੀ ਤੁਸੀਂ ਗੁਰੂ ਨੂੰ ਪਨਾਹ ਦਿੱਤੀ ਹੈ। ਸੱਚੇ ਹੋਣ ਵਾਸਤੇ ਉਹਨਾਂ ਨੇ ਤੁਰਕਾਂ ਨੂੰ ਜਾ ਕੇ ਦੱਸਿਆ ਵੀ ਗੁਰੂ ਨੇ ਸਾਨੂੰ ਆ ਕੇ ਕਾਬੂ ਕਰ ਲਿਆ ਸੀ, ਅਸੀਂ ਤਾਂ ਮਸੀਂ ਹੱਥ ਜੋੜ ਕੇ ਜਾਨ ਬਚਾਈ ਹੈ। ਦੈ ਸਜਾਏ ਘਰ ਛੀਨ ਸੋਲੀਨਾ, ਆਪ ਬਰਿਓ ਵਿੱਚ ਆਈ। ਗੁਰੂ ਗੋਬਿੰਦ ਸਿੰਘ ਨੇ ਜ਼ਬਰਦਸਤੀ ਸਾਡੇ ਘਰ ਤੇ ਕਬਜ਼ਾ ਕਰ ਲਿਆ ਹੈ, ਘਰ ਵਿੱਚ ਆ ਵੜਿਆ ਹੈ, ਸਾਡੀ ਗੜੀ ਤੇ ਕਬਜ਼ਾ ਕਰ ਲਿਆ ਹੈ। 40 ਕੈ 50 ਸੰਗ ਭਟ ਹੈ, ਅਪਰ ਮਰੇ ਸਮੁਦਾਈ। ਗੁਰੂ ਦੇ ਨਾਲ 40 ਜਾਂ 50 ਬੰਦੇ ਹਨ, ਬਾਕੀ ਉਹਦੀ ਫੌਜ ਪਿੱਛੇ ਸਾਰੀ ਮਾਰੀ ਜਾ ਚੁੱਕੀ ਹੈ। ਹੁਣ ਉਹਦੇ ਕੋਲ 40-50 ਬੰਦੇ ਬਚੇ ਹਨ, ਜਿਹੜੇ ਲੈ ਕੇ ਉਹਨੇ ਸਾਡੇ ਘਰ ਤੇ ਕਬਜ਼ਾ ਕੀਤਾ ਹੈ। ਨਰਦਾਰਾ ਜੇ ਸਦਨ ਮਝਾਰਾ, ਦੇ ਕਾਢ ਬਰਿਆਈ। ਸਾਡੇ ਬੰਦੇ ਜਨਾਨੀਆਂ ਬੱਚੇ ਸਾਡੇ ਘਰੋਂ ਕੱਢ ਦਿੱਤੇ ਨੇ ਤੇ ਗੜੀ ਖਾਲੀ ਕਰਵਾ ਲਈ ਹੈ। ਸਾਡਾ ਘਰ ਸੀ, ਉਹਦੇ ਤੇ ਕਬਜ਼ਾ ਕਰ ਲਿਆ ਗੁਰੂ ਨੇ। ਭਇਓ ਪਰਵੇਸ਼ ਆਪ ਗੜ ਲਖ ਕਰ, ਹੋਇ ਨਹਿ ਸਕਹਿ ਲੜਾਈ। ਚਮਕੌਰ ਦੇ ਜੱਟ ਜਾ ਕੇ ਤੁਰਕਾਂ ਨੂੰ ਦੱਸਦੇ ਨੇ ਵੀ ਗੁਰੂ ਨੇ ਸਾਡੇ ਗੜੀ 'ਚ ਕਬਜ਼ਾ ਕਰ ਲਿਆ ਤੇ ਲੜਨ ਦੀਆਂ ਤਿਆਰੀਆਂ ਕਰੀ ਬੈਠਾ ਹੈ। ਨਹਿ ਮੁਰਚਾ ਨਹਿ ਪਰਖਾ ਦੀਰਗ, ਪੌਰ ਠੌਰ ਨਹਿ ਗਾਡੀ। ਉਹ ਕੋਈ ਗੜੀ ਨਹੀਂ ਹੈ, ਕੋਈ ਕਿਲਾ ਨਹੀਂ ਹੈ, ਨਾ ਹੀ ਉਹਦੇ ਆਲੇ ਦੁਆਲੇ ਕੋਈ ਖਾਈ ਹੈ ਤੇ ਨਾ ਹੀ ਉੱਚੇ ਮੁਨਾਰੇ ਹਨ, ਨਾ ਉਹਦੇ 'ਚ ਕੋਈ ਮੋਰਚੇ ਹਨ। ਗਮਨਤ ਮਾਰਗ ਪਿਖ ਪਰਵੇਸ਼ ਭਾ, ਚਲੋ ਆਪ ਲਿਹੋ ਗਾਡੀ। ਤਾਂ ਜਾ ਕੇ ਤੁਰਕਾਂ ਨੂੰ ਕਹਿੰਦੇ ਹਨ ਪਿੰਡ ਦੇ ਜ਼ਿਮੀਂਦਾਰ ਵੀ ਰਾਹ ਜਾਂਦਾ ਸਾਡੇ ਗਲ ਪੈ ਗਿਆ ਹੈ, ਆ ਕੇ ਸਾਡੇ ਘਰ ਵੜ ਗਿਆ ਜ਼ਬਰਦਸਤੀ, ਤੇ ਤੁਸੀਂ ਉਹਨੂੰ ਕੱਢ ਕੇ ਸਾਡਾ ਘਰ ਖਾਲੀ ਕਰਾ ਕੇ ਸਾਨੂੰ ਦਿਓ। ਸੁਨੇ ਤੁਰਕ ਤਬ ਹਯਨ ਤਵਾਏ, ਗਨ ਧੌਂਸੇ ਤੁਮ ਘਾਰੇ। ਜਦੋਂ ਖਾਲਸਾ ਜੀ ਤੁਰਕਾਂ ਨੇ ਸੁਣਿਆ ਨਾ ਵੀ ਗੁਰੂ ਸਾਹਿਬ ਲਾਗੇ ਚਮਕੌਰ ਆ ਗਏ ਨੇ, ਮੁਰਿੰਡੇ ਤੋਂ 13 ਕਿਲੋਮੀਟਰ ਹੈ ਚਮਕੌਰ ਸਾਹਿਬ, ਉਹਨਾਂ ਨੇ ਵਾਗਾਂ ਇੱਧਰ ਨੂੰ ਮੋੜ ਦਿੱਤੀਆਂ, ਧੌਂਸਿਆਂ ਤੇ ਚੋਭਾਂ ਲਾ ਕੇ, ਜਿਵੇਂ ਮਹਾਰਾਜ ਨੇ ਲਿਖਿਆ ਨਾ, ਲੱਖ ਨਗਾਰੇ ਵੱਜਣ ਆਮੋ ਸਾਹਮਣੇ। ਬਹੁਤ ਨਗਾਰਿਆਂ ਤੇ ਚੋਭਾਂ ਵੱਜੀਆਂ। ਉਡੀ ਧੂਰ ਅਸਮਾਨ ਗਇਓ ਭਰ, ਬੜੋ ਅੰਧੇਰ ਗੁਬਾਰੇ। 10 ਲੱਖ ਫੌਜ ਦਾ ਮੂੰਹ ਇੱਧਰ ਨੂੰ ਮੁੜ ਗਿਆ ਚਮਕੌਰ ਵੱਲ। ਘੋੜਿਆਂ ਦੇ ਪੈਰਾਂ ਨਾਲ ਧੂੜ ਉੱਡ ਕੇ ਅਸਮਾਨ ਨੂੰ ਚੜ ਗਈ। ਜਿਵੇਂ ਸਤਿਗੁਰੂ ਜੀ ਨੇ ਚੰਡੀ ਚਰਿੱਤਰ 'ਚ ਲਿਖਿਆ, ਧਰਾ ਖੱਟ 8 ਆਕਾਸ਼ ਬਣਾਏ। ਉਦਾਂ ਤੇ ਕਹਿੰਦੇ ਨਾ ਵੀ 7 ਆਕਾਸ਼ ਨੇ ਤੇ 7 ਥੱਲੇ ਨੇ ਧਰਤੀਆਂ। ਕਹਿੰਦੇ ਆਹ ਧਰਤੀ ਦੇ ਉੱਪਰ ਚਲੀ ਗਈ, ਧਰਤੀਆਂ ਥੱਲੇ 6 ਰਹਿ ਗਈਆਂ, 8 ਆਕਾਸ਼ ਬਣ ਗਏ। ਇਸ ਤਰ੍ਹਾਂ ਦਾ ਹਾਲ ਹੋ ਗਿਆ ਹੈ। ਛਾਦ ਲੀਨ ਸੂਰਜ ਕੋ ਸਾਰੇ, ਹੱਥ ਪਸਾਰ ਨ ਦਿਖੈ। ਕਹਿੰਦੇ ਸੂਰਜ ਨੂੰ ਹਨੇਰ ਗੁਬਾਰ ਹੋ ਗਿਆ, ਸੂਰਜ ਨੂੰ ਢੱਕ ਲਿਆ, ਸੂਰਜ ਨਜ਼ਰ ਨਾ ਪਾਏ।
ਸੂਝ ਨਜ਼ਰ ਨਹੀਂ ਪੈਂਦਾ, ਢੇਰ ਗੁਬਾਰ ਹੋ ਗਿਆ, ਕੁਛ ਨਹੀਂ ਦਿਸਦਾ। ਘੋੜਿਆਂ ਦੇ ਖੁਰਾਂ ਦੇ ਨਾਲ ਮਿੱਟੀ ਉੱਡ ਉੱਡ ਅਸਮਾਨ ਨੂੰ ਚੜ ਗਈ ਹੈ। ਚਲੀ ਆਏ ਚਮਕੌਰ ਚਮੂ ਸਭ ਉਛਲ ਸਮੁੰਦਰ ਸਰੀਖੈ। ਆ ਤੁਰਕਾਂ ਦੀ ਫੌਜ 10 ਲੱਖ ਏਦਾਂ ਉਛਲੀ ਜਿਵੇਂ ਸਮੁੰਦਰ 'ਚ ਸੁਨਾਮੀ ਆ ਜਾਂਦੀ ਨਾ, ਸਮੁੰਦਰ ਉਛਲ ਕੇ ਆਉਂਦਾ, ਏਦਾਂ 10 ਲੱਖ ਫੌਜ ਚਮਕੌਰ ਤੇ ਉਛਲ ਕੇ ਆ ਗਈ ਹੈ ਤੁਰਕਾਂ ਦੀ। ਜੇ ਤੁਰਕਾਨ ਬਿਖੈ ਸਰਦਾਰ ਕਹੋ ਤਿਨ ਨਾਮ ਸੁਨੋ ਸਮੁਦਾਈ। ਹਾਂ, ਕਵੀ ਜੀ ਲਿਖਦੇ ਜੇ ਤੁਰਕਾਨ ਵਿਖੇ ਸਰਦਾਰ, ਜਿਹੜੇ ਤੁਰਕਾਂ ਦੇ ਵਿੱਚ ਵੱਡੇ ਵੱਡੇ ਸਰਦਾਰ ਹਨ, ਵੱਡੇ ਵੱਡੇ ਜਰਨੈਲ ਹਨ, ਉਹਨਾਂ ਦੇ ਨਾਮ ਅਸੀਂ ਲਿਖਦੇ ਹਾਂ। ਖਾਲਸਾ ਜੀ ਤੁਸੀਂ ਪ੍ਰੇਮ ਦੇ ਨਾਲ ਸਰਵਣ ਕਰੋ। ਨਾਹਰ ਖਾਂ ਪਟ ਗੈਰਤ ਖਾਂ ਪੁਨ ਖਾਨ ਫੁਲਾਦ ਨੇ ਬਾਗ ਉਠਾਈ। ਸਭ ਤੋਂ ਵੱਡਾ ਜਰਨੈਲ ਨਾਹਰ ਖਾਨ ਹੈ ਤੇ ਉਹਦੇ ਨਾਲ ਉਹਦਾ ਭਰਾ ਗੈਰਤ ਖਾਨ ਹੈ ਤੇ ਫੁਲਾਦ ਖਾਨ, ਉਹਨੇ ਘੋੜੇ ਦੀਆਂ ਵਾਗਾਂ ਚੁੱਕ ਲਈਆਂ ਨੇ। ਖਾਨ ਇਸਮਾਇਲ ਖਾਨ ਬਹਾਦਰ, ਇਸਮਾਇਲ ਖਾਨ ਤੇ ਬਹਾਦਰ ਖਾਨ ਨਾਲ ਚੜੇ ਨੇ। ਖਾਨ ਅਸਮਾਨ ਅਯੋ ਟਿਗ ਧਾਈ। ਅਸਮਾਨ ਖਾਨ ਦੇ ਨਾਲ ਦੌੜਿਆ ਹੁੰਦਾ ਹੈ। ਖਾਨ ਸੁਲਤਾਨ ਜਹਾਨ ਖਾਨ ਵੀਰ, ਕਹਿੰਦੇ ਸੁਲਤਾਨ ਖਾਨ ਤੇ ਜਹਾਨ ਖਾਨ ਨਾਮ ਦੇ ਸੂਰਮੇ। ਪਠਾਨਨ ਭੀਰ ਗਣੀ ਕਿਮ ਜਾਈ। ਕਹਿੰਦੇ ਪਠਾਣਾ ਦੀ ਭੀੜ ਕਿੰਨੀ ਆ, ਗਿਣਤੀ ਨਹੀਂ ਹੋ ਸਕਦੀ। ਵੱਡੇ ਵੱਡੇ ਅਫਸਰਾਂ ਦੇ ਨਾਂ ਹੀ ਨਹੀਂ ਗਿਣੇ ਜਾਂਦੇ, ਫੌਜਾਂ ਦੇ ਤੇ ਕੀ ਗਿਣਦੇ ਨੇ ਕਿਸ ਨੇ। ਕਬਿਤ ਮੀਆਂ ਖਾਨ ਪੂਰੇ ਖਾਨ ਸੈਦ ਖਾਨ ਨੂਰੇ ਖਾਨ। ਕਵੀ ਜੀ ਵੀ ਕਮਾਲ ਕਰ ਦਿੰਦੇ ਆ, ਕਹਿੰਦੇ ਮੀਆਂ ਖਾਨ, ਪੂਰੇ ਖਾਨ, ਸੈਦ ਖਾਨ, ਨੂਰੇ ਖਾਨ। ਫੂਲ ਖਾਨ ਗੁਲ ਖਾਨ ਹੁਸੈਨ ਖਾਨ ਧਾਇਓ ਹੈ। ਫੂਲ ਖਾਨ, ਹੁਸੈਨ ਖਾਨ, ਗੁਲ ਖਾਨ ਸਭ ਚੜੇ ਹਨ। ਬਲੀ ਬੇਗ ਮੁਗਲ ਕਮਾਨ ਗਹਿ ਬੇਗ ਜੁਤ। ਬਲੀ ਬੇਗ ਮੁਗਲ ਕਮਾਨ ਗਹਿ ਬੇਗ ਜੁਤ। ਬਲੀ ਬੇਗ ਨਾਮ ਦਾ ਸੂਰਮਾ ਮੁਗਲ ਹੈ, ਜਿਹਨੇ ਆਪਣੀ ਕਮਾਨ ਨੂੰ ਪਲ ਦੇ ਨਾਲ ਪਕੜਿਆ ਹੈ। ਅਪਰ ਖਲੀਨ ਖਾਨ ਦਲ ਉਮਡਾਇਓ ਹੈ। ਤੇ ਇਹਦੇ ਨਾਲ ਇੱਕ ਖਲੀਲ ਖਾਨ ਨਾਮ ਦਾ ਵੱਡਾ ਅਫਸਰ ਹੈ, ਆਪਣਾ ਦਲ ਲੈ ਕੇ ਉਹ ਵੀ ਆ ਰਿਹਾ ਹੈ। ਮਿਰਜ਼ਾ ਹਯਾਤ ਬੇਗ ਸੈਨਾ ਸੋ ਕਰਮ ਬੇਗ। ਮਿਰਜ਼ਾ ਹਯਾਤ ਬੇਗ ਅਤੇ ਕਰਮ ਬੇਗ ਆਪਣੀ ਫੌਜ ਸਮੇਤ ਆਏ ਹਨ। ਸੈਦ ਮਹਿਮੂਦ ਅਲੀ ਯੋਂ ਸਤਾਬ ਆਇਓ ਹੈ। ਸੈਯਦ ਮਹਿਮੂਦ ਅਲੀ ਬੜੀ ਤੇਜ਼ੀ ਦੇ ਨਾਲ ਚਮਕੌਰ ਵੱਲ ਘੋੜੇ ਦੜਾ ਕੇ ਆ ਗਿਆ ਹੈ। ਵੀਰ ਬੇਗ ਜਾਫਰ ਇਮਾਨ ਹਾਨ ਕਾਫਰ ਭੇ। ਕਹਿੰਦੇ ਜਿਨ੍ਹਾਂ ਨੇ ਆਪਣਾ ਈਮਾਨ ਹੀ ਗਵਾ ਦਿੱਤਾ ਹੈ, ਜਿਨ੍ਹਾਂ ਨੇ ਜਾਫਰ ਬੇਗ ਵਰਗਿਆਂ ਨੇ, ਭੂਰੇ ਖਾਨ, ਨੂਰੇ ਖਾਨ ਵਰਗਿਆਂ ਨੇ, ਇਹਨਾਂ ਸਾਰਿਆਂ ਨੇ ਆਪਣਾ ਈਮਾਨ ਹਾਨ ਕਾਫਰ ਭੇ। ਕਾਫਰ ਤੁਰਕਾਂ ਦੇ ਵਿੱਚ ਵੈਸੇ ਤਾਂ ਆਮ ਕਹਿ ਦਿੰਦੇ ਆ ਵੀ ਜਿਹੜਾ ਬੰਦਾ ਮੁਸਲਮਾਨ ਨਾ ਹੋਵੇ ਨਾ, ਉਹਨੂੰ ਇੱਕ ਕਾਫਰ ਕਹਿੰਦੇ। ਸਾਨੂੰ ਸਿੱਖਾਂ ਨੂੰ ਤੇ ਹਿੰਦੂਆਂ ਨੂੰ ਖਾਸ ਕਰਕੇ ਮੁਸਲਮਾਨ ਕਾਫਰ ਕਹਿੰਦੇ ਆ। ਕਾਫਰ ਦਾ ਮਤਲਬ ਹੁੰਦਾ ਕੁਫਰ ਬੋਲਣ ਵਾਲਾ, ਵੀ ਇਹ ਝੂਠ ਬੋਲਦੇ ਨੇ, ਅਸੀਂ ਸਹੀ ਆ ਬਾਕੀ ਝੂਠੇ ਨੇ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਝੂਠੇ ਕਰਤਾ। ਕਿਵੇਂ ਝੂਠੇ ਕਰਤਾ? ਇਹਨਾਂ ਨੇ ਕੁਰਾਨ ਦੀਆਂ ਕਸਮਾਂ ਖਾਧੀਆਂ ਸੀ ਵੀ ਗੁਰੂ ਜੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿਓ, ਅਸੀਂ ਤੁਹਾਡਾ ਰਾਹ ਨਹੀਂ ਰੋਕਾਂਗੇ, ਤੁਹਾਨੂੰ ਕੋਈ ਤਕਲੀਫ ਨਹੀਂ ਹੋਵੇਗੀ, ਫਿਰ ਤੁਸੀਂ 6 ਮਹੀਨੇ ਬਾਅਦ ਆ ਕੇ ਵਸ ਜਾਣਾ, ਸਾਡੀ ਤੁਹਾਡੀ ਕੋਈ ਲੜਾਈ ਨਹੀਂ ਹੋਵੇਗੀ। ਤੇ ਇਹਨਾਂ ਨੇ ਸਾਰੀਆਂ ਜਿਹੜੀਆਂ ਕਸਮਾਂ ਖਾਧੀਆਂ ਸੀ ਭੁਲਾ ਦਿੱਤੀਆਂ। ਇਸ ਕਰਕੇ ਈਮਾਨ ਤਾਂ ਇਹਨਾਂ ਦਾ ਖਤਮ ਹੋ ਗਿਆ, ਬੇਈਮਾਨ ਹੋ ਗਏ। ਤੇ ਕਾਫਰ ਕੌਣ ਹੋਏ ਫਿਰ? ਭਾਈ ਸਾਹਿਬ ਲਿਖਦੇ ਈਮਾਨ ਹਾਨ, ਈਮਾਨ ਖਤਮ ਹੋ ਗਿਆ, ਕਾਫਰ ਭੇ, ਕਾਫਰ ਹੋ ਗਏ ਹਨ। ਕਸਮ ਕੁਰਾਨ ਕੀ ਕੁਫਰ ਕਹਿਵਾਇਓ ਹੈ। ਉਹ ਕਾਫਰ ਹੁੰਦਾ ਜਿਹੜਾ ਕੁਫਰ ਬੋਲੇ, ਝੂਠ ਬੋਲੇ। ਤੇ ਇਹਨਾਂ ਨੇ ਤਾਂ ਆਪ ਝੂਠੀਆਂ ਕਸਮਾਂ ਖਾਧੀਆਂ ਕੁਰਾਨ ਦੀਆਂ। ਔਰੰਗਜ਼ੇਬ ਨੇ ਕਉ ਰੰਗ ਕਾਰੇ ਹੈ ਕਰੂਪ ਹੀ ਸੁਧਾਰੇ ਸਾਰੇ। ਇਹਨਾਂ ਵਿੱਚੋਂ ਕਈ ਤੇ ਕਾਲੇ ਰੰਗ ਦੇ ਹਨ, ਜਿਨ੍ਹਾਂ ਦੇ ਬੁੱਲ ਮੋਟੇ ਮੋਟੇ ਨੇ, ਉਖਲੀਆਂ ਨਾਸਾਂ, ਜਿਨ੍ਹਾਂ ਮੂੰਹ ਜਾਪਣ ਆਲੇ। ਆ ਜਿਹੜੇ ਅਫਰੀਕਾ ਦੇ ਨੇ, ਇਹਨਾਂ ਦੀਆਂ ਨਾਸਾਂ ਐਵੇਂ ਜਿਵੇਂ ਚਾਵਲ ਛੜਨ ਵਾਲੀਆਂ ਉਖਲੀਆਂ ਹੁੰਦੀਆਂ, ਤੇ ਮੂੰਹ ਐਡੇ ਐਡੇ ਜਿਵੇਂ ਆਲੇ ਹੁੰਦੇ ਦੀਵੇ ਬਾਲਣ ਵਾਲੇ, 7-7 ਫੁੱਟੇ ਤੇ ਬੜੇ ਬੜੇ ਜਵਾਨ। ਭਾਈ ਸਾਹਿਬ ਜੀ ਲਿਖਦੇ ਨੇ ਕੇਊ ਰੰਗ ਕਾਰੇ ਹੈ ਕਰੂਪ ਹੀ ਸੁਧਾਰੇ ਸਾਰੇ। ਸਿਰ ਤੋਂ ਪੈਰਾਂ ਤਾਈਂ ਕਰੂਪ ਹੀ ਆ, ਬੜੇ ਬੜੇ ਜਵਾਨ ਹਨ। ਕਉ ਰੰਗ ਭੂਰੇ ਜੰਗ ਸੂਰੇ ਜਗ ਜਾਨੀਐ। ਤੇ ਕਈ ਦੇ ਬਨਾਨੀ ਹਨ, ਉਹਨਾਂ ਦੇ ਰੰਗ ਭੂਰੇ ਰੰਗ ਦੇ ਹਨ। ਉਹ ਵੀ ਜੰਗ ਦੇ ਵਿੱਚ ਆਪਣੇ ਆਪ ਨੂੰ ਬੜੇ ਬੜੇ ਸੂਰਮੇ ਮੰਨਦੇ ਹਨ। ਪਸਤੋ ਬਕਨ ਹਾਰੇ ਉਸ ਬਕ ਭਾਰੇ ਭਾਰੇ। ਤੇ ਕਈ ਪਸਤੋ ਬੋਲਣ ਵਾਲੇ ਹਨ, ਜਿਹੜੇ ਉਧਰੋਂ ਪਿਸ਼ਾਵਰ ਵੱਲੋਂ ਅਫਗਾਨਿਸਤਾਨ ਦੇ ਲਾਗੇ ਜਿਹੜੀ ਹੱਦ ਹੈ ਨਾ,
ਇਹਨੂੰ ਕਹਿੰਦੇ ਆ ਇਹ ਪਸ਼ਤੋ ਦੀ ਬੋਲੀ ਇੱਥੇ ਬੋਲਦੇ ਨੇ ਤੇ ਬੜੇ ਬੜੇ ਪਠਾਨ ਪਸ਼ਤੋ ਬੋਲਣ ਵਾਲੇ ਹਨ। ਉਜ਼ਬਕ ਜਿਹੜੇ ਉਜ਼ਬਕ ਦੇਸ਼ ਦੇ ਹਨ ਉਹ ਵੀ ਆਏ ਹਨ। ਉਜ਼ਬੇਕਿਸਤਾਨ ਵਾਲੀ ਹੈਗਾ। ਹਾਂਜੀ ਕਾਬਲੀ ਕੰਧਾਰੀ ਦਾਓ ਜ਼ਈ ਕੋ ਬਖਾਨੀਆਂ। ਕਈ ਕਾਬਲ ਦੇ ਕਾਬਲੀ ਹਨ ਤੇ ਕੰਧਾਰ ਦੇ ਕੰਧਾਰੀ ਹਨ ਤੇ ਦਊਜਈ ਕਈ ਹਨ। ਹਬਸੀ ਪਸ਼ੌਰੀ ਕਿਉ ਬਲਖ ਬੁਖਾਰੀ ਹੋਤੇ। ਹਬਸੀ ਅਫਰੀਕਾ ਦੇ ਨੂੰ ਕਹਿੰਦੇ ਹਨ ਤੇ ਪਿਸ਼ਾਵਰ ਦੇ ਨੂੰ ਪਿਸ਼ੌਰੀ ਕਹਿੰਦੇ ਹਨ ਤੇ ਬਲਖ ਤੇ ਬੁਖਾਰੀ ਉਹ ਬਲਖ ਬੁਖਾਰੇ ਦੇ ਰਹਿਣ ਵਾਲੇ ਈਰਾਨੀ ਜਰਨੈਲ ਹਨ। ਰੂਸੀ ਗਨ ਰੂਮੀ ਗ੍ਰਹਿ ਗਜ਼ਨੀ ਪਰਮਾਨੀਆਂ। ਕਈ ਰੂਸ ਦੇ ਹਨ ਤੇ ਕਈ ਰੂਮ ਦੇ ਹਨ ਤੇ ਕਈ ਗਜਨੀ ਤੋਂ ਆਏ ਹਨ। ਕਿਉ ਢੱਠੇ ਪਖਰੀ ਇਰਾਨੀਓ ਰੇਵੀ ਮਿਲ। ਕਈ ਇਕੱਠੇ ਦੇਸ਼ ਦੇ ਹਨ, ਕਈ ਪੱਖਰ ਦੇ ਹਨ, ਕਈ ਸੱਖਰ ਸਿੰਧ ਦੇ ਹਨ, ਕੋਈ ਈਰਾਨ ਦੇ ਈਰਾਨੀ ਹਨ। ਕਿਉ ਕਸ਼ਮੀਰੀ ਜਿੰਦ ਬੋਲ ਨਾ ਪਛਾਨੀਆਂ। ਕਈ ਕਸ਼ਮੀਰ ਦੇ ਪਠਾਨ ਹਨ ਹੱਥੋਂ ਜਿਹਨਾਂ ਦੀ ਬੋਲੀ ਦੀ ਪਛਾਣ ਵੱਖਰੀ ਵੱਖਰੀ ਬੋਲੀ ਬੋਲਦੇ ਹਨ। ਆਪਸ ਵਿੱਚ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਸਾਨੂੰ ਤਾਂ ਕੀ ਸਮਝ ਆਉਣੀ ਹੈ। ਕਿਉਂ ਕੋਈ ਅਫਰੀਕਾ ਦੀ ਬੋਲੀ ਬੋਲਦਾ, ਕੋਈ ਲਿਬਨਾਨ ਦੀ ਬੋਲਦਾ, ਕੋਈ ਕਾਬਲ ਦੀ ਬੋਲਦਾ, ਕੋਈ ਪਿਸ਼ਾਵਰ ਦੀ ਬੋਲਦਾ, ਕੋਈ ਕਸ਼ਮੀਰ ਦੀ ਬੋਲੀ ਬੋਲਦਾ। ਕਹਿੰਦੇ ਜਿਹਨੂੰ ਬੋਲ ਨਾ ਪਛਾਣੀ ਉਹਨਾਂ ਦੀ ਬੋਲੀ ਨਹੀਂ ਸਮਝ ਆਉਂਦੀ। ਵੱਖਰੀਆਂ ਵੱਖਰੀਆਂ ਨਸਲਾਂ ਦੇ ਵੱਖਰੀਆਂ ਵੱਖਰੀਆਂ ਜਾਤਾਂ ਦੇ ਤੁਰਕ ਪਠਾਨ ਮੁਗਲ ਆਏ ਹਨ ਚੜ ਕੇ। ਆਈ 10 ਲੱਖ ਜਬ ਪੀਛੇ ਕੀ ਜੋ ਸੈਨਾ ਸਭ। ਇਹ 10 ਲੱਖ ਫੌਜ ਜਿਹੜੀ ਦਿੱਲੀ ਦੀ ਆਈ ਹੈ, ਨਵੀਂ ਤਾਜ਼ਾ ਦਮ ਫੌਜ ਹੈ ਲੜਨ ਵਾਸਤੇ। ਬੜਾ ਇਹਨਾਂ ਨੂੰ ਚਾਹ, ਬੜਾ ਇਹਨਾਂ ਨੂੰ, ਕਿਉਂਕਿ ਜਿਹੜੇ ਬੰਦੇ ਨਵੇਂ ਨਵੇਂ ਆਉਂਦੇ ਨਾ ਉਹਨਾਂ ਨੂੰ ਜ਼ਿਆਦਾ ਹੁੰਦਾ ਲੈ ਅਸੀਂ ਤਾਂ ਜਾਂਦੇ ਹੀ ਮਾਰ ਲਾਂਗੇ ਕਹਿੰਦੇ ਚੁਟਕੀ ਦੇ ਨਾਲ ਹੀ। ਜਿਵੇਂ ਅਬਦਾਲੀ ਦੇ ਨਾਲ ਜਿਹੜੇ ਆਉਂਦੇ ਸੀ ਨਾ ਪਹਿਲਾਂ ਉਹ ਕਹਿੰਦੇ ਸਾਡੇ ਸਾਹਮਣੇ ਦੁਨੀਆ ਦੀ ਕੋਈ ਤਾਕਤ ਖੜੀ ਨਹੀਂ। ਸਿੱਖ ਕੀ ਵਿਚਾਰੇ, ਇਹ ਤੇ ਸਾਡੇ ਸਾਹਮਣੇ ਬਟੇਰੇ ਨੇ, ਅਸੀਂ ਖਾ ਜਾਂ। ਜਦੋਂ ਅੱਗੋਂ ਸਿੱਖ ਟੱਕਰਦੇ ਸੀ ਫਿਰ ਕੰਨਾਂ ਨੂੰ ਹੱਥ ਲੱਗ ਜਾਂਦੇ ਸੀ ਵੀ ਇਹ ਬੜੇ ਡਾਢੇ ਨੇ। ਕਿਉਂ ਜਿਵੇਂ ਅੱਜ ਕੱਲ ਮੋਦੀ ਛੇੜਦਾ ਬੈਠਾ ਖਾਲਸੇ ਨੂੰ, ਪਰ ਉਹਨੇ ਸਮਝਿਆ ਸੀ ਵੀ ਇਹ ਤੇ ਐਵੇਂ ਹੀ ਆ ਵੀ ਇਹ ਤੇ ਬੈਠੇ ਵੇਲੇ ਕੁਝ ਵੀ ਨਹੀਂ, ਮੈਂ ਵੱਡੇ ਵੱਡੇ ਦਬਾ ਲਏ। ਪਰ ਉਹ ਜਿਹੜਾ ਹੁਣ ਮਹੀਨਾ ਹੋ ਗਿਆ ਉੱਥੇ ਖਾਲਸਾ ਡਟਿਆ ਹੋਇਆ, ਜਾ ਕੇ ਉਹ ਕੰਨਾਂ ਨੂੰ ਹੱਥ ਲਵਾ ਦਿੱਤੇ ਇੱਕ ਵਾਰੀ। ਇਸ ਤਰ੍ਹਾਂ ਕਹਿੰਦੇ ਕਈ ਕਿਸਮਾਂ ਦੇ ਨਵੇਂ ਬੜੇ ਸ਼ੌਂਕ ਦੇ ਨਾਲ ਚੜ ਕੇ ਆਏ ਨੇ। ਸੁਨੀ ਸੁਧ ਖਵਾਜ ਮਰ ਦੂਧ ਆਦ ਧਾਏ ਹੈ। ਖਵਾਜਾ ਮਹਿਮੂਦ ਅਲੀ ਵਰਗੇ ਚੜ ਕੇ ਆ ਗਏ, ਸਾਰੀ ਫੌਜ ਲੈ ਗਏ। ਜਿਹੜੇ ਪਿੱਛੇ ਸਨ ਭਾਵ ਉਹ ਜਿਹੜੇ ਅਨੰਦਪੁਰ ਸਾਹਿਬ ਵਾਲੇ ਪਾਸੇ ਭੱਜ ਗਏ ਸੀਗੇ ਨਾ ਸਿੰਘਾਂ ਦੇ ਹੱਥੋਂ, ਉਹ ਵੀ ਹੌਲੇ ਹੌਲੇ ਰੋਪੜ ਤੱਕ ਤੇ ਆ ਗਏ। ਲਾਸ਼ਾਂ ਹੀ ਲਾਸ਼ਾਂ ਖਿੰਦਰੀਆਂ ਤੇ ਰੋਪੜ ਤੋਂ ਅੱਗੇ ਇੱਧਰ ਉੱਧਰ ਝਾਕਦੇ ਜਿਵੇਂ ਗਾਂ ਨਹੀਂ ਗੁਆਚੀ ਹੁੰਦੀ ਮੇਲੇ 'ਚ ਐ ਫਿਰਦੇ। ਤੇ ਫੇਰ ਵੇਖ ਕੇ ਪਤਾ ਕੀਤਾ ਵੀ ਦਿੱਲੀ ਵਾਲੀ ਫੌਜ ਚਮਕੌਰ ਵੱਲ ਗਈ, ਆਪਾਂ ਵੀ ਉਧਰ ਹੀ ਚੱਲੀਏ, ਆਪਾਂ ਵੀ ਉਧਰ ਨੂੰ ਮੁੜੀਏ। ਇਹ ਫਿਰ ਚਮਕੌਰ ਵਾਲੇ ਪਾਸੇ ਨੂੰ ਮੁੜੇ ਖਵਾਜਾ ਮਹਿਮੂਦ ਅਲੀ ਹੋਰੀ। ਗੁਰੂ ਚਮਕੌਰ ਠੌਰ ਕਾਇਮੀ ਕਰੀ ਹੈ ਦੌਰ। ਖਵਾਜਾ ਮਹਿਮੂਦ ਅਲੀ ਨੂੰ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੇ ਵਿੱਚ ਮੋਰਚਾ ਕਾਇਮ ਕਰ ਲਿਆ ਹੈ। ਆਈ ਜੰਮੂ ਔਰ ਤੈਨੂੰ ਫੇਰ ਘੇਰ ਪਾਏ ਹੈ। ਕਹਿੰਦੇ ਵੱਡੀ ਫੌਜ ਆ ਗਈ ਹੈ ਦਿੱਲੀ ਤੋਂ ਸਾਡੀ, ਤੇ ਉਹਨਾਂ ਨੇ ਕਹਿੰਦੇ ਨੇ ਗੁਰੂ ਨੂੰ ਚਮਕੌਰ 'ਚ ਘੇਰਾ ਪਾ ਲਿਆ ਤੇ ਆਪਾਂ ਵੀ ਚੱਲ ਕੇ ਹੁਣ ਨੰਬਰ ਬਣਾ ਲਈਏ, ਕਿਤੇ ਇਹ ਨਾ ਹੋਵੇ ਉਹ ਹੀ ਫੜ ਕੇ ਲੈ ਜਾਣ। ਇਹ ਵੀ ਇਹਨਾਂ ਨੂੰ ਅਫਸਰਾਂ ਨੂੰ ਬੜਾ ਹੁੰਦਾ ਵੀ ਕੰਮ ਤੇ ਅਸੀਂ ਕੀਤਾ ਸੀ, ਕਿਤੇ ਦੂਜਾ ਨਾ ਨੰਬਰ ਬਣਾ ਲਵੇ ਵੀ ਅਸੀਂ ਫੜਿਆ ਜਾ ਕੇ ਗੁਰੂ ਨੂੰ। ਹਾਂਜੀ, ਜੂਝੇ ਨਾ ਪਿਛਾਰੀ ਜੰਗ ਹੋਤ ਹੈ ਅਗਾਰੀ ਅਬ। ਫਿਰ ਖਵਾਜਾ ਮਹਿਮੂਦ ਅਲੀ ਸੂਬੇ ਵਜ਼ੀਰ ਖਾਨ ਜ਼ਬਰਦਸਤ ਖਾਨ ਨੂੰ ਪਤਾ ਲੱਗਾ, ਪੱਕਾ ਵਿਸ਼ਵਾਸ ਹੋ ਗਿਆ ਵੀ ਜਿਹੜਾ ਆਪਾਂ ਸੋਚਦੇ ਸੀ ਵੀ ਗੁਰੂ ਗੋਬਿੰਦ ਸਿੰਘ ਸਰਸਾ ਦੇ ਪਿੱਛੇ ਮਾਰਿਆ ਗਿਆ, ਉਹਦਾ ਨਹੀਂ ਮਰਿਆ, ਉਹਦਾ ਜਿਉਂਦਾ ਹੈ। ਜਿਹੜਾ ਅੱਗੇ ਪਹੁੰਚ ਗਿਆ, ਜੇ ਗੁਰੂ ਜਿਉਂਦਾ ਨਾ ਹੁੰਦਾ ਤੇ ਚਮਕੌਰ ਦੇ ਵਿੱਚ ਘੇਰਾ ਨਹੀਂ ਸੀ ਪੈਣਾ। ਜੇ ਗੁਰੂ ਦੇ ਬੰਦੇ ਚਮਕੌਰ 'ਚ ਗਏ ਨੇ ਇਹਦਾ ਮਤਲਬ ਗੁਰੂ ਵੀ ਉੱਥੇ ਨਾਲ ਗਿਆ ਹੈ। ਤੇ ਆਪਾਂ ਜਿਹੜੇ ਭੁਲੇਖੇ 'ਚ ਰਾਤ ਦੇ ਫਿਰਦੇ ਸੀ ਵੀ ਉਹ ਤੇ ਮਾਰਿਆ ਗਿਆ ਲੜਾਈ 'ਚ, ਉਹ ਜਿਉਂਦਾ ਹੈ। ਚਲੀਏ ਆਪਾਂ ਚਮਕੌਰ ਨੂੰ ਘੇਰਾ ਪਾਈਏ। ਸੋਨ ਕੈ ਸਮੂਹ ਹੈ ਹੂਹ ਦੇ ਭਜਾਈ ਹੈ। ਛੇਤੀ ਕਰੀਏ ਕਹਿੰਦੇ, ਫਟਾਫਟ ਰੋਪੜ ਤੋਂ ਘੋੜੇ ਇਹਨਾਂ ਨੇ ਵੀ ਚਮਕੌਰ ਵਾਲੇ ਪਾਸੇ ਨੂੰ ਪਾ ਲਏ। ਯੂਸਫ ਵਜ਼ੀਰ ਖਾਨ ਸਰਹੰਦ ਕੋ ਬਿਲੰਦ ਸੂਬਾ। ਇਹਨਾਂ ਵਿੱਚੋਂ ਵਜ਼ੀਰ ਖਾਨ ਸਰਹੰਦ ਦਾ ਵੱਡਾ ਸੂਬੇਦਾਰ ਲੈ ਕੇ ਸੰਗ ਬਾਹਨੀ ਉਮੜ ਕਰ ਆਏ ਹੈ। ਆਪਣੀ ਫੌਜ ਲੈ ਕੇ ਵਜ਼ੀਰ ਖਾਨ ਜ਼ਬਰਦਸਤ ਖਾਨ ਭੀਮ ਚੰਦ ਬਾਈ ਧਾਰ ਦੇ ਰਾਜੇ
ਜਿੰਨੇ ਸੂਬੇਦਾਰ ਪਹਿਲਾਂ ਅਨੰਦਪੁਰ ਨੂੰ ਘੇਰਾ ਪਾਈ ਬੈਠੇ ਸੀ ਨਾ, ਇਹ ਸਾਰੇ ਹੁਣ ਜਿਹੜੀ ਦਿੱਲੀ ਵਾਲੀ ਫੌਜ ਜਿੱਧਰ ਗਈ ਆ ਉਧਰ ਹੀ ਇਹ ਵੀ ਦੌੜ ਪਏ ਹਨ। ਸੂਬਾ ਲਵਪੁਰ ਕੋ ਦਸਤ ਜ਼ੇਰ ਨਾਮ ਜਿਸ ਨੂੰ ਜ਼ੇਰਦਸਤ ਕਹਿੰਦੇ ਨੇ। ਲਾਹੌਰ ਦਾ ਸੂਬੇਦਾਰ ਸਾਰੇ ਪੰਜਾਬ ਦਾ ਵੱਡਾ ਸੂਬੇਦਾਰ ਲਾਹੌਰ ਦਾ ਮੰਨਿਆ ਜਾਂਦਾ ਸੀ। ਦੂਜੇ ਨੰਬਰ ਤੇ ਇਹ ਸਰਹੰਦ ਦਾ ਸੂਬੇ 22 ਸੂਬੇ ਸੀ ਹਿੰਦੁਸਤਾਨ ਦੇ, ਜਿਵੇਂ ਅੱਜ ਕੱਲ ਸਟੇਟਾਂ ਨੇ ਨਾ, ਹਿੰਦੁਸਤਾਨ ਪੰਜਾਬ, ਹਰਿਆਣਾ, ਯੂਪੀ, ਬਿਹਾਰ, ਪਹਿਲਾਂ ਸੂਬੇ ਹੁੰਦੇ ਸੀਗੇ। ਸੂਬਾ ਦਿੱਲੀ, ਸੂਬਾ ਲਾਹੌਰ, ਸੂਬਾ ਪਿਸ਼ੌਰ, ਸੂਬਾ ਮੁਲਤਾਨ, ਸੂਬਾ ਕਸ਼ਮੀਰ, ਸੂਬਾ ਸਰਹੰਦ, ਸੂਬਾ ਸਹਾਰਨਪੁਰ, ਏਦਾਂ ਦੇ ਸੂਬੇ ਹੁੰਦੇ ਸੀ। ਉਹ ਜਿਹੜੇ ਸੂਬੇ ਜਿਨ੍ਹਾਂ ਵਿੱਚੋਂ ਸਰਹੰਦ ਦਾ ਸੂਬੇਦਾਰ ਤੇ ਲਾਹੌਰ ਦਾ ਸੂਬੇਦਾਰ ਵਿਸ਼ੇਸ਼ ਕਰਕੇ ਕਲਗੀਧਰ ਪਾਤਸ਼ਾਹ ਨੂੰ ਫੜਨ ਵਾਸਤੇ 1 ਸਾਲ ਤੋਂ ਹੀ ਘੇਰਾ ਪਾਈ ਬੈਠੇ ਸੀ, 8 ਮਹੀਨਿਆਂ 9 ਮਹੀਨਿਆਂ ਤੋਂ। ਉਹ ਹੁਣ ਪਿੱਛੇ ਪਿੱਛੇ ਚਮਕੌਰ ਵੱਲ ਦੌੜੇ ਹਨ। ਰਾਤ ਤਾਂ ਸਮਝ ਬੈਠੇ ਸੀ ਵੀ ਗੁਰੂ ਮਾਰਿਆ ਗਿਆ, ਕਿਉਂਕਿ ਭਾਈ ਉਦੈ ਸਿੰਘ ਸਾਹਿਬ ਜੀ ਨੇ ਐਸੇ ਹੱਥ ਦਿਖਾਏ, 4.5 ਘੰਟੇ ਯੁੱਧ ਕੀਤਾ ਸਾਈ ਟਿੱਬੀ ਤੇ, ਕਿ ਭਾਈ ਸਾਹਿਬ ਜੀ ਨੂੰ ਹੀ ਸਮਝੀ ਬੈਠੇ ਵੀ ਇਹ ਗੁਰੂ ਗੋਬਿੰਦ ਸਿੰਘ ਲੜ ਰਿਹਾ। ਜਦੋਂ ਭਾਈ ਸਾਹਿਬ ਸ਼ਹੀਦ ਹੋ ਗਏ, ਕਹਿੰਦੇ ਗੁਰੂ ਗੋਬਿੰਦ ਸਿੰਘ ਮਾਰਿਆ ਗਿਆ। ਪਰ ਜਦੋਂ ਦਿਨ ਚੜਿਆ, ਖਬਰਾਂ ਮਿਲੀਆਂ ਵੀ ਉਹਦੇ ਚਮਕੌਰ ਪਹੁੰਚ ਗਿਆ, ਹੁਣ ਇਹ ਫਿਰ ਫਟਾਫਟ ਉਧਰ ਨੂੰ ਦੌੜੇ ਹਨ। ਸੁਣੀ ਸੁਧ ਸਾਰੀ ਦਲ ਭਾਰੀ ਜੁੱਤ ਧਾਇਓ ਹੈ। ਸਾਰੀ ਫੌਜ ਲੈ ਕੇ ਲਾਹੌਰ ਦਾ ਸੂਬੇਦਾਰ ਜ਼ੇਰਦਸਤ ਖਾਨ ਅਤੇ ਸਰਹੰਦ ਦਾ ਵਜ਼ੀਰ ਖਾਨ ਆਪਣੀਆਂ ਜਿਹੜੀਆਂ ਬਚੀਆਂ ਖੁਚੀਆਂ ਫੌਜਾਂ ਸਨ, ਬਹੁਤੀਆਂ ਨੇ ਮਾਰਤੀਆਂ ਖਾਲਸੇ ਨੇ, ਤੇ ਜਿਹੜੀਆਂ ਇਹਨਾਂ ਕੋਲ ਫੌਜਾਂ ਸਨ ਉਹ ਲੈ ਕੇ ਚਮਕੌਰ ਨੂੰ ਦੌੜੇ ਨੇ। ਪਰਬਤ ਬਾਸੀ 22 ਧਾਰਨ ਕੇ ਰਾਜੇ ਸਭ, ਕਹਿੰਦੇ 22 ਧਾਰ ਦੇ ਜਿਹੜੇ ਰਾਜੇ ਸਨ ਹਿੰਦੂ, ਉਹ ਵੀ ਆਪਣੀ ਫੌਜਾਂ ਲੈ ਕੇ ਮਹਾਰਾਜ ਨੂੰ ਲੜਨ ਵਾਸਤੇ ਆ ਗਏ ਨੇ। ਸੂਬਾ ਰਾਜਾ ਵਿਸਾਲੀ, ਰਾਜਾ ਕਲਮੋਟ, ਰਾਜਾ ਚੰਬਾ, ਰਾਜਾ ਕੁੱਲੂ, ਰਾਜਾ ਕੈਂਠੜ, ਰਾਜਾ ਨਦੌਣ, ਇਹ ਸਾਰੇ ਰਾਜੇ ਚੜ ਕੇ ਆ ਗਏ ਨੇ। ਲੈਲਾ ਸੈਨ ਆਪਣੀ ਕੋ ਬ੍ਰਿੰਦ ਉਮੜਾਇਓ ਹੈ। ਸਾਰੀ 22 ਧਾਰ ਦੀ ਫੌਜ ਪਹਾੜਾਂ ਦੀ ਇਹ ਵੀ ਸਾਰੀ ਚੱਲ ਪਈ ਹੈ ਚਮਕੌਰ ਵੱਲ। ਮੀਏ ਰਾਵ ਰਾਣੇ ਕੌਣ ਸ਼ਕਤ ਬਖਾਨੇ ਤਿਨ। ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਕਈ ਮੀਏ, ਕਈ ਰਾਜੇ, ਕਈ ਰਾਣੇ, ਕਿਹੜਾ ਗਿਣਤੀ ਕਰੇ ਇਹਨਾਂ ਦੀ, ਗਿਣਤ ਹਨ, ਬੇਹਿਸਾਬ ਹਨ। ਮਾਚਤ ਕੋਲਾਹਲ ਵਿਸਾਲ ਹੀ ਸੁਨਾਇਓ ਹੈ। ਇਹਨਾਂ ਕੋਲਾਹਲ ਮਚ ਰਿਹਾ ਹੈ, ਘੋੜੇ ਹਿੜਕਦੇ ਹਨ, ਨਗਾਰੇ ਵੱਜਦੇ ਹਨ, ਨਾਰੇ ਵੱਜਦੇ ਹਨ। ਰੰਗਰ ਹਜ਼ਾਰੋਂ ਔਰ ਗੁਜਰ ਗਵਾਰ ਮਿਲ। ਪਹਾੜ ਦੇ ਰਹਿਣ ਵਾਲੇ ਲੰਗੜ ਤੇ ਗੁੱਜਰ, ਇਹ ਦੋ ਜਾਤਾਂ ਜਿਹੜੀਆਂ ਸਨ, ਲੜਾਕੀਆਂ ਵੀ ਸਨ ਤੇ ਸਿੱਖਾਂ ਨਾਲ ਇਹਦਾ ਵੈਰ ਵੀ ਸੀਗਾ। ਨਾਲਾਗੜ੍ਹ ਔਰ ਨੈਣਾ ਦੇਵੀ, ਨੰਗਲ, ਊਨਾ, ਰੋਪੜ, ਕੀਰਤਪੁਰ ਸਾਹਿਬ, ਜਿੰਨਾ ਇਲਾਕਾ ਹੈ ਨਾ, ਇਹ ਗੁੱਜਰਾਂ ਦਾ ਤੇ ਰੰਗੜਾਂ ਦਾ ਇਲਾਕਾ। ਹੁਣ ਵੀ ਉੱਥੇ ਉਹੀ ਵਸਦੇ ਨੇ। ਉਹ ਸਾਰੇ ਰੰਗੜ ਤੇ ਗੁੱਜਰ, ਉਹ ਵੀ ਰਾਜਿਆਂ ਦੀ ਫੌਜ ਦੇ ਨਾਲ ਹਜ਼ਾਰਾਂ ਦੀ ਤਾਦਾਦ ਵਿੱਚ ਆ ਗਏ ਨੇ। ਆਏ ਚਮਕੌਰ ਚਹੂ ਔਰ ਘੇਰੋ ਪਾਇਓ ਹੈ। ਸ੍ਰੀ ਚਮਕੌਰ ਸਾਹਿਬ ਦੀ ਗੜੀ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਹੈ। ਅਵਨੀ ਆਕਾਸ਼ ਤੇ ਪ੍ਰਕਾਸ਼ ਕੋ ਬਿਨਾਸ਼ ਕੀਨ। ਨਾ ਧਰਤੀ ਤੇ ਰੋਸ਼ਨੀ ਰਹੀ, ਨਾ ਆਕਾਸ਼ ਵਿੱਚ ਰੋਸ਼ਨੀ ਰਹੀ। ਇਤਨਾ ਗਰਦ ਗੁਬਾਰ ਹੋ ਗਿਆ ਕਿ ਤਾਂ ਸਿਆਲੀ ਦਿਹਾੜੀ ਸੀਗੀ, ਸਿਆਲ ਦੇ ਦਿਨਾਂ ਵਿੱਚ ਧੁੰਦ ਗੁਬਾਰ ਜ਼ਿਆਦਾ ਹੁੰਦਾ ਹੈ, ਤੇ ਉਧਰੋਂ ਘੋੜਿਆਂ ਦੇ ਖੁਰਾਂ ਨਾਲ ਧਰਤੀ ਉੱਡ ਕੇ ਅਸਮਾਨ ਨੂੰ ਚੜ ਗਈ। ਪਤਾ ਕੁਛ ਨਹੀਂ ਲੱਗਦਾ ਵੀ ਸੂਰਜ ਕਿੱਧਰ ਹੈ, ਧਰਤੀ ਕਿੱਧਰ ਹੈ, ਅਸਮਾਨ ਕਿੱਧਰ ਹੈ। ਭਇਓ ਤਮ ਰਾਸ ਉਡ ਪਾਂਸੂ ਫਲ ਫੈਲ ਪੈ। ਕਹਿੰਦੇ ਘੋੜਿਆਂ ਦੇ ਖੁਰਾਂ ਨਾਲ ਧੂੜ ਦੇ ਕਣ ਅਸਮਾਨ ਜਿੰਨੇ ਜ਼ਿਆਦਾ ਫੈਲ ਗਏ ਹਨ ਵੀ ਸੂਰਜ ਨਜ਼ਰ ਨਾ ਪਾਏ, ਸੂਰਜ ਨਜ਼ਰ ਨਹੀਂ ਪੈਂਦਾ। ਦੀਕਤ ਨਾ ਆਂਖ ਤੇ ਸੁਣੈ ਨਾ ਬੋਲ ਭਾਖ ਤੇ। ਅੱਖਾਂ ਤੋਂ ਦਿਸਦਾ ਨਹੀਂ ਤੇ ਕੰਨਾਂ ਤੋਂ ਸੁਣਦਾ ਨਹੀਂ। ਕਿਉਂ? ਨਗਾਰੇ ਇੰਨੇ ਵੱਜਦੇ ਨੇ, ਢੋਲ ਨਗਾਰੇ ਪਾਉਣ ਦੇ ਉਂਗਣ ਜਾਣ ਜਟਾਵਲੇ। ਇੰਨੇ ਢੋਲ ਨਗਾਰੇ ਵੱਜ ਰਹੇ ਨੇ, ਰਣ ਸਿੰਘੇ ਤੁਰਰੀਆਂ ਵੱਜ ਰਹੀਆਂ ਨੇ, ਘੋੜਿਆਂ ਦੀ ਆਵਾਜ਼ ਹੈ, ਗੜਬਹਿਲਾਂ ਦੀਆਂ ਗੱਲਾਂ ਪਾਈਆਂ ਹੋਈਆਂ ਟਾਲੀਆਂ ਖੜਕਦੀਆਂ ਨੇ, ਔਰ ਯੋਧਿਆਂ ਦੇ ਜਕਾਰੇ ਤੇ ਨਾਰੇ ਗੂੰਜਦੇ ਨੇ। ਗੁਰੂ ਕੋ ਗਹਿ ਕਾਂਖ ਤੇ ਲਖੰਤ ਆਏ ਗੈਲ ਪੈ। ਬਸ ਇੱਕੋ ਹੀ ਮਨ ਚ ਇੱਛਾ ਹੈ ਸਾਰਿਆਂ ਦੇ ਵੀ ਗੁਰੂ ਗੋਬਿੰਦ ਸਿੰਘ ਜਿਉਂਦਾ ਫੜ ਲਈਏ ਤੇ ਲੰਮੇ ਸਮੇਂ ਦੀ ਲੜਾਈ ਖਤਮ ਹੋ ਜਾਵੇ, ਮੁੱਕ ਜਾਵੇ, ਝਗੜਾ ਸਾਡੇ ਗਲ ਪਿਆ ਹੋਇਆ ਜੋ। ਚਾਰੋਂ ਓਰ ਸ਼ੋਰ ਕੈ ਚਹੰਤ ਹੇਲ ਰੌਰ ਕੈ। ਚਾਰੇ ਪਾਸੇ ਸ਼ੋਰ ਪਾ ਕੇ ਹੱਲਾ ਕਰਨਾ ਚਾਹੁੰਦੇ ਨੇ। ਮਲੇਸ਼ ਆਏ ਦੌਰ ਕੈ ਛਬੀਲੇ ਬੜੇ ਛੈਲ ਪੈ। ਬੜੇ ਬੜੇ ਛੈਲ ਛਬੀਲੇ 7-7 ਫੁੱਟੇ ਪਠਾਨ ਮਲੇਸ਼ ਦੌੜ ਦੌੜ ਕੇ ਆ ਰਹੇ ਨੇ ਚਮਕੌਰ ਵੱਲ। ਜੈਸੇ ਮੇਲ ਮੇਲ ਕੈ ਸਲਬ ਚੈ ਸਕੇਲ ਕੈ। ਕਵੀ ਜੀ ਕਹਿੰਦੇ ਜਿਵੇਂ ਟਿੱਡੀ
ਦਲ ਇਕੱਠਾ ਹੋ ਕੇ ਆਉਂਦਾ ਹੈ। ਧਰੇ ਵਿਸਾਲ ਐਲ ਕੈ ਦੁਰਗ ਦੀਹ ਸੈਲ ਪੈ। ਇਹਨਾਂ ਨੇ ਚਮਕੌਰ ਦੀ ਗੜੀ ਦੇ ਆਲੇ ਦੁਆਲੇ ਘੇਰਾ ਘੱਤ ਲਿਆ ਹੈ। ਧਰਨੀ ਗਗਨ ਏਕ ਹੋਇ ਗਏ ਵਿਵੇਕ ਬਿਨ। ਨਾ ਧਰਤੀ ਦੀ ਪਛਾਣ ਰਹੀ ਨਾ ਆਕਾਸ਼ ਦੀ। ਧਰਤੀ ਤੇ ਕੁਝ ਦਿਸਦਾ ਨਹੀਂ, ਕਿਉਂਕਿ ਥਾਂ ਥਾਂ ਤੇ ਘੋੜੇ ਹਨ, ਫੌਜਾਂ ਹਨ, ਊਂਠ ਹਨ, ਹਾਥੀ ਹਨ, ਨਗਾਰੇ ਹਨ, ਗੱਡੇ ਰੇੜੇ ਫੌਜਾਂ ਦੀਆਂ ਤੋਪਾਂ ਹਨ, ਤੇ ਆਕਾਸ਼ ਵਿੱਚ ਮਿੱਟੀ ਗਰਦ ਗੁਬਾਰ ਹੈ। ਕਿੱਧਰ ਪੂਰਬ ਹੈ ਤੇ ਕਿੱਧਰ ਪੱਛਮ ਹੈ, ਕਿੱਧਰ ਸਾਊਥ ਹੈ, ਕਿੱਧਰ ਈਸਟ ਹੈ, ਕੋਈ ਪਤਾ ਨਹੀਂ ਲੱਗਦਾ। ਖੇ ਖਾਰ ਪੁੰਜ ਕੀ ਪਸਾਰੀ 10 ਦਿਸ਼ ਮੈਂ। ਦਸਾਂ ਦਿਸ਼ਾ ਵਿੱਚ ਕਹਿੰਦੇ ਗਰਦ ਗੁਬਾਰ ਹੀ ਫੈਲ ਗਿਆ ਹੈ। ਮਾਨੋ ਘਨ ਘਟਾ ਘਨੇ ਘਨ ਕੀ ਘੁਮੰਡ ਘਿਰੀ। ਇਹਨੂੰ ਕਹਿੰਦੇ ਅਨੁਪਰਾਸ ਕਵਿਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਕਮਾਲ ਲਿਖਦੇ ਆ। ਕਹਿੰਦੇ ਮਾਨੋ, ਫਿਰ ਪੜ, ਮਾਨੋ ਘਨ ਘਟਾ ਘਨੇ ਘਨ ਕੀ ਘੁਮੰਡ ਘਿਰੀ। ਘੋਰ ਕੋਖ ਕੋਖ ਕਹਿ ਮਿਲੀ ਹੈ ਭੂਮ ਭਾਰ। ਕੀ ਬਾਤ। ਕਹਿੰਦੇ ਮਾਨੋ ਘਟਾ ਘਨੇ ਮਾਨੋ ਘਨ ਘਟਾ ਘਨੇ ਘਨ ਕੀ ਘੁਮੰਡ ਘਿਰੀ। ਕਹਿੰਦੇ ਬਹੁਤ ਸਾਰੇ ਬੱਦਲਾਂ ਦੀਆਂ ਕਾਲੀਆਂ ਘਟਾਵਾਂ ਘਿਰ ਘਿਰ ਕੇ ਆ ਗਈਆਂ। ਜਿਵੇਂ ਸਾਵਣ ਦੇ ਮਹੀਨੇ 'ਚ ਨਾ ਕਈ ਵਾਰੀ ਕਾਲੇ ਬੱਦਲ ਆ ਜਾਂਦੇ ਆ, ਚਾਰੇ ਪਾਸੇ ਘੁਰ ਕੇ ਆ ਜਾਂਦੇ ਆ, ਉਦਾਂ ਕਹਿੰਦੇ ਫੌਜਾਂ ਆ ਗਈਆਂ ਹਨ। ਘੋਰ ਕੋਖ ਕਹਿ ਮਿਲੀ ਹੈ ਭੂਮ ਪ੍ਰਿਸ ਮੈਂ। ਕਹਿੰਦੇ ਕੋਖ ਕਹਿ ਨਗਾਰੇ ਵੱਜਦੇ ਨੇ ਜਿਵੇਂ ਬੱਦਲ ਗਰਜਦੇ ਨੇ। ਮੰਦਰ ਪਹਾੜ ਗੜ ਜਾਹੀ ਕੇ ਮੁਝਾਰ ਖਰੋ। ਕਹਿੰਦੇ ਉਹਦੇ ਵਿੱਚ ਜਿਹੜੀ ਚਮਕੌਰ ਦੀ ਗੜੀ ਹੈ, ਇੰਜ ਲੱਗਦਾ ਹੈ ਜਿਵੇਂ ਮੰਦਰਾਚਲ ਪਰਬਤ। ਇੱਕ ਵਾਰੀ ਦੇਵਤਿਆਂ ਨੇ ਤੇ ਦੈਂਤਾਂ ਨੇ ਸਮੁੰਦਰ ਰਿੜਕਿਆ ਸੀਗਾ। ਜਿਹਨੇ ਸਮੁੰਦਰ ਵਿਰੋਲਿਆ ਕਰ ਮੇਰ ਮਧਾਨ, ਮੇਰ ਮੈਨੇ ਪਹਾੜ, ਤੇ ਪਹਾੜ ਦੀ ਮਧਾਣੀ ਬਣਾਈ ਸੀ ਨਾ। ਕਹਿੰਦੇ ਆ ਚਮਕੌਰ ਦੀ ਜਿਹੜੀ ਗੜੀ ਹੈ, ਇਹ ਮਾਨੋ ਸਮੁੰਦਰ ਦੇ ਵਿੱਚ ਇਉਂ ਲੱਗਦੀ ਹੈ ਜਿਵੇਂ ਪਰਬਤ ਮੰਦਰਾਚਲ ਪਰਬਤ ਖੜਾ ਹੋਵੇ। ਹਾਂਜੀ, ਚਾਰੋਂ ओर ਪਾਰਾਵਾਰ ਐਸੀ ਛੱਬ ਜਿਸ ਮੈਂ। ਪਾਰਾਵਾਰ ਹੀ ਕੋਈ ਨਹੀਂ, ਚਾਰੇ ਪਾਸੇ ਤੁਰਕਾਂ ਦੀ, ਪਹਾੜੀਆਂ ਦੀ, ਮੁਗਲਾਂ ਦੀ, ਪਠਾਣਾਂ ਦੀਆਂ ਫੌਜਾਂ ਹੀ ਫੌਜਾਂ ਹਨ। ਗਿਨੇ ਮਤ ਕਿਸ ਮੈਂ ਅਸੰਖਤਾ ਹੈ ਤਿਸ ਮੈਂ। ਕਵੀ ਜੀ ਲਿਖਦੇ ਗਾਣੇ ਕਿਹਦੇ ਚ ਇੰਨੀ ਮੱਤ ਹੈ ਵੀ ਇਹ ਗਿਣਤੀ ਕਰ ਲਵੇ। ਅਸੰਖਤਾ, ਸੰਖ ਹੁੰਦੀ ਗਿਣਤੀ, ਸੰਖਿਆ, ਅਸੰਖ ਹੁੰਦਾ ਅਣਗਿਣਤ। ਅਣਗਿਣਤੀ ਆ ਗਏ ਹਨ। ਲੋਕ ਬਿਸ ਮੈਂ ਸੋ ਆਇਓ ਦਲ ਰਿਸ ਮੈਂ। ਕਹਿੰਦੇ ਵੇਖ ਵੇਖ ਕੇ ਹੈਰਾਨ ਹੋ ਜਾਂਦਾ, ਇੰਨੀ ਫੌਜ ਗੁੱਸੇ ਨਾਲ ਆਈ ਹੈ ਵੀ ਅੱਜ ਕਲਗੀਧਰ ਨੂੰ ਫੜ ਕੇ ਲੈ ਜਾਣਾ ਹੈ, ਜਿਉਂਦਿਆਂ ਲੈ ਕੇ ਜਾਣਾ ਹੈ। ਪੁੰਜ ਹੈ ਮਤੰਗ ਪੈ ਪਤਾਕਾ ਜਿਨ ਸੰਗ ਧਰੀ। ਕਹਿੰਦੇ ਬੜੇ ਬੜੇ ਹਾਥੀਆਂ ਦੇ ਉੱਤੇ ਝੰਡੇ ਲਾਏ ਹੋਏ ਨੇ, ਰੰਗ ਬਰੰਗੇ ਝੂਲਦੇ ਨੇ। ਸੈਲ ਹੈ ਸਪੰਖ ਤੁੰਗ ਇਤੇ ਉਤ ਧਾਵਤੇ। ਤੇ ਹਾਥੀ ਦੌੜੇ ਆਉਂਦੇ ਨੇ, ਗਲਾਂ 'ਚ ਪਾਏ ਹੋਏ ਟੱਲ ਖੜਕਦੇ ਨੇ। ਉੱਤੇ ਜਿਹੜੇ ਉਹਨਾਂ ਦੇ ਝੰਡੇ ਨੇ, ਉਹ ਜਦੋਂ ਹਾਥੀਆਂ ਦੌੜਦੇ ਨੇ ਤੇ ਉਹਨਾਂ ਦੇ ਪਿਛਾਂ ਨੂੰ ਫਰਲੇ ਝੂਲਦੇ ਨੇ। ਕਹਿੰਦੇ ਇੰਜ ਲੱਗਦਾ ਜਿਵੇਂ ਪਹਾੜਾਂ ਨੂੰ ਖੰਭ ਲੱਗ ਗਏ ਹੋਣ। ਉਹ ਹਾਥੀ ਪਹਾੜਾਂ ਵਰਗੇ ਨੇ ਤੇ ਜਿਹੜੇ ਝੰਡੇ ਝੂਲਦੇ ਨੇ ਉਹ ਖੰਭ ਲੱਗੇ ਹੋਏ ਨੇ। ਬਾਜਤ ਜੇ ਬਾਜਤ ਹੈ ਦੀਰਘ ਸੋ ਗਾਜਤ ਹੈ। ਤੇ ਜਿਹੜੇ ਨਗਾਰੇ ਵੱਜਦੇ ਨੇ ਬੜੇ ਗੱਜਦੇ ਨੇ। ਅਨਕ ਤਰੰਗ ਜਲ ਜੰਤ ਜਿਉ ਪਲਾਵਤੇ। ਤੇ ਇਹ ਸਮੁੰਦਰ ਦੇ ਵਿੱਚ ਕਹਿੰਦੇ ਜਿਵੇਂ ਮਗਰਮੱਛ ਨਹੀਂ ਹੁੰਦੇ ਪਾਣੀ ਦੇ ਵਿੱਚ, ਘੋੜੇ ਹੁੰਦੇ ਨੇ ਜਿਵੇਂ ਸਮੁੰਦਰ 'ਚ ਮਗਰਮੱਛ ਦੌੜੇ ਫਿਰਦੇ ਹਨ। ਸਾਂਗ ਸੇਲ ਸ਼ਕਤੀ ਸਤੋਮਰ ਤਰੰਗ ਭਏ। ਬਰਛੇ, ਬਰਛੀਆਂ, ਨੇਜੇ, ਤਲਵਾਰਾਂ, ਖੰਡੇ, ਇਹ ਇਸ ਸਮੁੰਦਰ ਦੀਆਂ ਲਹਿਰਾਂ ਨੇ। ਜਿਵੇਂ ਭਾਈ ਸਾਹਿਬ ਸਮੁੰਦਰ ਦਾ ਰੂਪਕ ਬਣ ਰਹੇ ਨੇ, ਸਮੁੰਦਰ ਦਾ ਅਲੰਕਾਰ ਬਣ ਦਿੱਤਾ। ਕੀ ਕਹਿੰਦੇ ਨੇ? ਕਹਿੰਦੇ ਸਾਂਗ, ਸਾਂਗਾਂ, ਸੇਲੇ, ਸ਼ਕਤੀਆਂ, ਬਰਛੀਆਂ ਤੇ ਸੋ ਤੋਮਰ ਤਰੰਗ ਭਏ। ਜਿਹੜੇ ਤੋਮਰ ਨੇ, ਬਰਛੇ ਨੇ, ਉਹ ਇਸ ਸਮੁੰਦਰ ਦੀਆਂ ਲਹਿਰਾਂ ਨੇ, ਜਿਵੇਂ ਸਮੁੰਦਰ 'ਚ ਛੱਲਾਂ ਵੱਜਦੀਆਂ ਨੇ। ਹਾਂਜੀ, ਧੁਖਤ ਪਲੀਤੇ ਬੜ ਵਾਗਨ ਉਠਾਵਤੇ। ਤੇ ਸਮੁੰਦਰ 'ਚ ਅੱਗ ਹੁੰਦੀ ਉਹਨੂੰ ਬੜਵਾ ਅਗਨੀ ਕਹਿੰਦੇ ਨੇ। ਕਹਿੰਦੇ ਜਿਹੜੇ ਪਲੀਤੇ ਬੰਦੂਕਾਂ ਦੇ ਧੁਖਦੇ ਨੇ ਨਾ, ਉਹ ਸਮਝੋ ਇਹ ਉਸ ਸਮੁੰਦਰ ਦੀ ਅੱਗ ਹੈ। ਗ੍ਰਾਮ ਚਮਕੌਰ ਕੈ ਜਹਾਜ਼ ਕੋ ਸਮਾਜ ਭਰਿਓ। ਤੇ ਚਮਕੌਰ ਪਿੰਡ 'ਚ ਇੱਕ ਜਹਾਜ਼ ਹੈ। ਜਿਵੇਂ ਸਮੁੰਦਰ 'ਚ ਜਹਾਜ਼ ਹੁੰਦਾ, ਸ਼ਿਪ ਹੁੰਦਾ ਨਾ, ਕਹਿੰਦੇ ਇਹ ਇੱਕ ਜਹਾਜ਼ ਹੈ, ਸਮੁੰਦਰੀ ਜਹਾਜ਼ ਹੈ। ਹਾਂਜੀ, ਚਾਹਤ ਡੁਬੋਇਓ ਗੁਰ ਕੇਵਟ ਤਰਾਵਤੇ। ਆ ਜਿਹੜਾ ਸਾਰਾ ਸਮੁੰਦਰ ਇਹਨੂੰ, ਇਸ ਜਹਾਜ਼ ਨੂੰ ਡੋਬਣਾ ਚਾਹੁੰਦਾ, ਪਰ ਇਹਦਾ ਮਲਾਹ ਕਲਗੀਆਂ ਵਾਲਾ
ਉਹ ਇਹਨੂੰ ਬਚਾਏਗਾ। ਹਾਂਜੀ। ਜੋਰਾਵਰ ਸਿੰਘ ਉਹ ਅਜੀਤ ਸਿੰਘ ਵੀਰ ਜੁਗ। ਮਹਾਰਾਜ ਦੇ ਦੋ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ, ਬਾਬਾ ਅਜੀਤ ਸਿੰਘ, ਦਇਆ ਸਿੰਘ ਆਦਿ ਪੰਚ ਸਿੰਘ ਧਰ ਧੀਰਜੇ। ਔਰ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਪੰਜੇ ਪਿਆਰੇ। ਮੁਕਤ 105 ਸਿੰਘ ਮਾਨ ਸਿੰਘ ਧਿਆਨ ਸਿੰਘ। ਪੰਜੇ ਮੁਕਤੇ ਦੇਵਾ ਸਿੰਘ, ਟਹਿਲ ਸਿੰਘ, ਵੀਰ ਸਿੰਘ ਆਦਿਕ, ਤੇ ਭਾਈ ਮਾਨ ਸਿੰਘ ਜੀ ਤੇ ਭਾਈ ਧਿਆਨ ਸਿੰਘ ਜੀ। ਦਾਨ ਸਿੰਘ ਧੰਨਾ ਸਿੰਘ ਜਾਮੇ ਬਾਰ ਵੀਰ ਜੇ। ਦਾਨ ਸਿੰਘ ਤੇ ਧੰਨਾ ਸਿੰਘ ਬੜੇ ਬੜੇ ਸੂਰਮੇ ਨਾਲ ਹਨ। ਆਲਮ ਮਿਰਗਿੰਦ ਸਿਆਮ ਸਿੰਘ ਸੋ ਮੋਹਰ ਸਿੰਘ। ਭਾਈ ਆਲਮ ਸਿੰਘ 10ਵੇਂ ਪਾਤਸ਼ਾਹ ਦਾ ਗੜਵਈ, ਤੇ ਮੋਹਰ ਸਿੰਘ ਤੇ ਨਾਲ ਵੀਰ ਸਿੰਘ। ਹਾਂਜੀ। ਸੁੱਖਾ ਸਿੰਘ ਸੰਤ ਸਿੰਘ ਵੀਰ ਸਿੰਘ ਸੁੱਖਾ ਸਿੰਘ ਸੰਤ ਸਿੰਘ ਧੀਰਜੇ। ਵੀਰ ਸਿੰਘ, ਸੁੱਖਾ ਸਿੰਘ, ਸੰਤ ਸਿੰਘ, ਸ਼ਿਆਮ ਸਿੰਘ ਆਦਿਕ ਨਾਲ ਹਨ। ਕੋਠਾ ਸਿੰਘ ਏਕ ਰੰਗ ਰੇਟਾ ਸਿੰਘ ਜਾਨੀਅਤ। ਇਹਨਾਂ ਵਿੱਚੋਂ ਇੱਕ ਕੋਠਾ ਸਿੰਘ ਗਰੇਟਾ ਗੁਰੂ ਦਾ ਬੇਟਾ ਸਿੰਘ ਹੈ। ਏਕ ਰਵਿਦਾਸੀਆ ਮਦਨ ਸਿੰਘ ਵੀਰ ਜੇ। ਇੱਕ ਰਵਿਦਾਸੀਆ ਭਾਈ ਮਦਨ ਸਿੰਘ ਸੂਰਮਾ ਹੈ। ਗੜ ਮੈਂ ਸੁਚੇਤ ਭਏ ਲਾਖੋਂ ਦਲ ਦੇਖ ਲਏ। ਇਹ ਗੜ ਦੇ ਵਿੱਚ ਚਮਕੌਰ ਦੀ ਗੜੀ 'ਚ ਸਾਰੇ ਸਿੰਘ ਸੁਚੇਤ ਹੋ ਗਏ ਨੇ, ਤੇ ਆਲੇ ਦੁਆਲੇ ਲੱਖਾਂ ਫੌਜਾਂ ਤੇ ਨਜ਼ਰ ਮਾਰੀ ਹੈ। ਬੋਲੇ ਸ੍ਰੀ ਗੁਰੂ ਗੋਬਿੰਦ ਸਿੰਘ ਸੁਣੋ ਬਾਕ ਖਾਲਸਾ। ਬੋਲੇ ਸ੍ਰੀ ਗੋਬਿੰਦ ਸਿੰਘ ਸੁਣੋ ਵੀਰ ਖਾਲਸਾ। ਮਹਾਰਾਜ ਨੇ ਖਾਲਸੇ ਨੂੰ ਹੁਣ ਲੈਕਚਰ ਦਿੱਤਾ। ਮਹਾਰਾਜ 10ਵੇਂ ਪਾਤਸ਼ਾਹ ਇਉਂ ਬੋਲੇ ਨੇ, ਸਭ ਕੋ ਹਟਾਏ ਰਹੇ ਪਤੇ ਕੋ ਦਿਖਾਏ ਰਹੇ। ਮਹਾਰਾਜ ਕਹਿੰਦੇ ਦੇਖੋ ਖਾਲਸਾ ਜੀ, ਅਸੀਂ ਤੁਹਾਨੂੰ ਸਾਰਿਆਂ ਨੂੰ ਦੱਸਦੇ ਸੀ ਨਾ ਵੀ ਤੁਰਕਾਂ ਦੀਆਂ ਕਸਮਾਂ ਉੱਤੇ ਇਤਬਾਰ ਨਹੀਂ ਕਰੀਦਾ। ਇਹ ਹਜ਼ਾਰਾਂ ਕਸਮਾਂ ਖਾ ਲੈਣ, ਕਦੀ ਨਾ ਤੁਰਕ ਦੀ ਕਸਮ ਤੇ ਇਤਬਾਰ ਕਰੋ। ਮਹਾਰਾਜ ਕਹਿੰਦੇ ਮਰਾ ਐਤਬਾਰੇ ਬਰੀ ਕਸਮ ਨੇਸ ਕੇਸ ਦ ਗਵਾਸ ਦਜਦਾਂ ਕੇਸ ਨਾ ਕਤਰ ਹੈ ਮਰਾ ਐਤਬਾਰੇ ਬਰੋਸ ਕੇ ਬਖਸ਼ੀਵਾ ਦੀਵਾ ਹਮੈ ਕਿਜ਼ਬ ਗੋਸਤ। ਔਰੰਗਜ਼ੇਬ ਤੇਰੀਆਂ ਕਸਮਾਂ ਤੇ ਮੈਨੂੰ ਕਤਰਾ ਜਿੰਨਾ ਵੀ ਤਬਾਰ ਨਹੀਂ, ਬਿਲਕੁਲ ਤਬਾਰ ਨਹੀਂ, ਕਿਉਂਕਿ ਤੇਰੇ ਬਖਸ਼ੀ ਔਰ ਦੀਵਾਨ ਸਾਰੇ ਝੂਠ ਬੋਲਣ ਵਾਲੇ ਹਨ। तुम्हारे सच्चे पातशाह कहते सब को बताए रहे पते को दिखाए रहे। ਅਸੀਂ ਤੁਹਾਨੂੰ ਪਹਿਲਾਂ ਹੀ ਨਿਸ਼ਾਨੀਆਂ ਦੱਸਤੀਆਂ ਸੀ ਵੀ ਇਦਾਂ ਤੁਹਾਡੇ ਨਾਲ ਕਰਨਗੇ, ਇਹ ਧੋਖਾ ਕਰਨਗੇ, ਦਗਾਬਾਜ਼ੀ ਕਰਨਗੇ। ਧਾਗੇ ਕੋ ਬਤਾਏ ਰਹੇ ਸਤਰਨ ਕੀ ਲਾਲਸਾ। ਜੋ ਇਹਨਾਂ ਦੇ ਮਨ ਦੀ ਲਾਲਸਾ ਸੀ ਨਾ, ਸਾਨੂੰ ਪਤਾ ਸੀ। ਅਸੀਂ ਤੁਹਾਨੂੰ ਪਹਿਲਾਂ ਦੱਸਦੇ ਸੀ ਵੀ ਤੁਸੀਂ ਇਹਨਾਂ ਦੀਆਂ ਕਸਮਾਂ ਦੇ ਇਤਬਾਰ ਕਰਦੇ ਹੋ, ਅਸੀਂ ਨਹੀਂ ਕਰਦੇ। ਪਰ ਤੁਸੀਂ ਸਾਨੂੰ ਭੋਲਾ ਸਮਝਦੇ ਸੀ, ਆਪ ਸਿਆਣੇ ਬਣਦੇ ਸੀ ਵੀ ਗੁਰੂ ਸਾਹਿਬ ਇੱਥੇ ਭੁੱਖੇ ਮਰਨ ਨਾਲੋਂ ਆਪਾਂ ਬਾਹਰ ਚੱਲੀਏ, ਉੱਥੇ ਆਪਾਂ ਆਰਾਮ ਨਾਲ ਰਵਾਂਗੇ। ਤੁਰਕ ਸਾਨੂੰ ਲਿਖ ਕੇ ਦੇ ਰਹੇ ਨੇ ਵੀ ਅਸੀਂ ਤੁਹਾਡਾ ਰਾਹ ਨਹੀਂ ਰੋਕਾਂਗੇ। ਕੁਰਾਨ ਦੀਆਂ ਕਸਮਾਂ ਖਾ ਰਹੇ ਨੇ, ਕਿੱਥੇ ਮੁੱਕਰ ਜਾਣਗੇ। ਮਹਾਰਾਜ ਕਹਿੰਦੇ ਮੁੱਕਰ ਗਏ ਕਿ ਨਹੀਂ ਮੁੱਕਰ ਗਏ। ਹਾਂਜੀ। ਸਿੱਖਿਆ ਕੋ ਸਿਖਾਏ ਰਹੇ ਸੁਖ ਦੇ ਲੁਭਾਏ ਰਹੇ। ਖਾਲਸਾ ਜੀ ਤੁਹਾਨੂੰ ਆਨੰਦਪੁਰ ਚ ਰਹਿਣ ਦੀਆਂ ਸਹੂਲਤਾਂ ਦੱਸਦੇ ਸੀ, ਇੱਥੋਂ ਦੇ ਸੁੱਖ ਦੱਸਦੇ ਸੀ ਅਸੀਂ, ਤੇ ਬਾਹਰ ਦੇ ਨੁਕਸਾਨ ਦੱਸਦੇ ਸੀ ਅਸੀਂ। ਤੁਹਾਨੂੰ ਸਿੱਖਿਆ ਦਿੰਦੇ ਸੀ ਬਚ ਕੇ ਰਹੋ, ਦੁਸ਼ਮਣ ਦੀ ਕਿਸੇ ਚਾਲ ਵਿੱਚ ਨਾ ਆਓ। ਦੁਸ਼ਮਣ ਕਿਸੇ ਧਰਮ ਨੂੰ ਨਹੀਂ ਮੰਨਦਾ ਹੁੰਦਾ। ਦੁਸ਼ਮਣ ਦਗੇਬਾਜ਼ੀ ਧੋਖੇਬਾਜ਼ੀ ਤੇ ਆਇਆ ਹੋਇਆ, ਇਹਨਾਂ ਉੱਤੇ ਕੋਈ ਇਤਬਾਰ ਨਾ ਕਰੋ। ਦੁੱਖ ਕੋ ਸੁਨਾਏ ਰਹੇ ਜੈਬੋ ਲਖੋ ਖਾਲਸਾ। ਤੁਹਾਨੂੰ ਸੁਣਾਉਂਦੇ ਸੀ ਵੀ ਜੇ ਆਨੰਦਪੁਰ ਛੱਡ ਕੇ ਜਾਓਗੇ ਤੇ ਖਾਲਸਾ ਕਾਲ ਵਰਗਾ ਵਰਤਾਰਾ ਵਰਤੇਗਾ, ਮੌਤ ਆਵੇਗੀ, ਨੁਕਸਾਨ ਹੋਣਗੇ, ਕੀਮਤੀ ਜਾਨਾਂ ਜਾਣਗੀਆਂ। ਤੁਹਾਨੂੰ ਬਾਹਰ ਦੇ ਸਾਰੇ ਦੁੱਖੜੇ ਅਸੀਂ ਪਹਿਲਾਂ ਸੁਣਾਏ ਸੀ। ਰਹਿਬੋ ਮਨਾਏ ਰਹੇ ਇਹ ਰੁਖ ਬਣਾਏ ਰਹੇ। ਅਸੀਂ ਤੁਹਾਨੂੰ ਉੱਥੇ ਰਹਿਣ ਦੇ ਲਈ ਮਨਾਉਂਦੇ ਸੀ। ਮਹਾਰਾਜ ਕਹਿੰਦੇ ਨਾ ਜਾਓ। ਜਦੋਂ ਅਖੀਰ ਮਾਤਾ ਨੇ ਜਿੱਦ ਕੀਤੀ, ਮਹਾਰਾਜ ਕਹਿੰਦੇ 20 ਦਿਨ ਰਹਿ ਜਾਓ, 20 ਦਿਨ ਰੁਕ ਜਾਓ, ਤੁਰਕ ਚਲੇ ਜਾਣਗੇ। ਕਹਿੰਦੇ ਨਹੀਂ ਮਹਾਰਾਜ 20 ਮਿੰਟ ਨਹੀਂ ਰਿਹਾ ਜਾਂਦਾ। ਮਹਾਰਾਜ ਕਹਿੰਦੇ 19 ਦਿਨ ਰਹਿ ਜਾਓ। ਕਹਿੰਦੇ ਨਹੀਂ ਜੀ। ਮਹਾਰਾਜ ਕਹਿੰਦੇ 18 17 16 ਏਦਾਂ ਘਟਦੇ ਘਟਦੇ 3 ਦਿਨ ਤੇ ਆ ਕੇ ਖੜੇ, 3 ਦਿਨ ਤੇ ਰੁਕ ਜਾਓ। ਨਾ ਮਹਾਰਾਜ 3 ਦਿਨ ਵੀ ਨਹੀਂ ਰੁਕਣਾ। ਮਹਾਰਾਜ ਕਹਿੰਦੇ ਚੰਗਾ, ਫਿਰ ਹੁਣ 300 ਸਾਲ ਬਾਅਦ ਤੁਹਾਡਾ ਪ੍ਰਚਾਰ ਹੋਵੇਗਾ, ਉਹਨਾਂ ਜੇ ਤੁਹਾਨੂੰ ਮਾਰਾਂ ਪੈਣਗੀਆਂ। ਸੋ ਖਾਲਸਾ ਜੀ ਜਿਹੜਾ ਵਰਤਾਰਾ ਅੱਜ ਤੱਕ ਵਰਤਿਆ ਨਾ, ਇਹ ਬਚਨ ਨਾ ਮੰਨਣ ਕਰਕੇ ਹੀ ਵਰਤਿਆ। ਜੇ ਆਪਾਂ ਬਚਨ ਮੰਨ ਲੈਂਦੇ ਉਦੋਂ ਹੀ ਖਾਲਸੇ ਦਾ ਰਾਜ ਸੀ, ਦਿੱਲੀ ਤਖਤ ਉਦੋਂ ਹੀ ਮੰਨ ਲੈਣਾ ਸੀਗਾ, ਪਰ ਬਚਨ ਨਹੀਂ ਮੰਨਿਆ। ਸੋ ਸੱਚੇ ਪਾਤਸ਼ਾਹ ਮਹਾਰਾਜ ਦੇ ਮਹਾਰਾਜ ਕਹਿੰਦੇ ਅਸੀਂ ਤੁਹਾਨੂੰ ਬੇਰੁਖ ਬਣਾਏ ਰਹੇ। ਤੁਸੀਂ ਸਾਨੂੰ ਮਾੜਾ ਸਮਝਣ ਲੱਗ ਪਏ ਸੀ, ਤੁਸੀਂ ਏਦਾਂ ਵੀ ਕਹਿਣ ਲੱਗ ਪਏ ਸੀ ਵੀ ਸਾਨੂੰ ਮਰਵਾਏਗਾ ਭੁੱਖਾ ਗੁਰੂ। ਬੇਰੁਖੀ ਹੋ ਗਈ ਸੀ, ਤੁਹਾਡੇ ਤੇ ਭਰੋਸਾ ਨਹੀਂ ਸੀ ਕਰਦੇ ਤੁਸੀਂ। ਹਾਂਜੀ। ਮ੍ਰਿਤੂ ਤੇ ਬਚਾਏ ਰਹੇ ਧਰਿਓ ਹੱਠ ਬਾਲਸਾ। ਅਸੀਂ ਤੁਹਾਨੂੰ ਮੌਤ ਤੋਂ ਬਚਾਉਂਦੇ ਸੀ, ਪਰ ਤੁਸੀਂ ਬੱਚਿਆਂ ਵਾਲੀ ਜਿੱਦ ਕਰ ਲਈ। ਜਿਵੇਂ ਨਿਆਣੇ ਜਿੱਦ ਕਰ ਲੈਂਦੇ ਹਾਥੀ ਕੁੱਜੇ 'ਚ ਪਾਣਾ ਹੀ ਪਾਣਾ, ਉਦਾਂ ਤੁਸੀਂ ਬਾਲਾਂ ਵਾਲਾ ਹੱਠ ਕਰਕੇ ਸਾਡੇ ਕੋਲੋਂ ਆਨੰਦਪੁਰ ਦਾ ਕਿਲਾ ਛਡਾਇਆ। ਖਾਲਸਾ ਜੀ ਅਸੀਂ ਤੁਹਾਨੂੰ ਦੱਸਦੇ ਸੀ ਵੀ ਬਾਹਰ ਨਾ ਜਾਓ, ਨਾ ਜਾਓ, ਨਾ ਕਿਲਾ ਛੱਡੋ, ਬੜਾ ਨੁਕਸਾਨ ਹੋਣਾ। ਹਾਂਜੀ।
ਕਹਿਬੋ ਨਾ ਮਾਨਿਓ ਕਿਨ ਕਾਲ ਨਾ ਪਛਾਨਿਓ ਮਨ। ਮੇਰਾ ਕਹਿਣਾ ਤੁਸੀਂ ਕਿਸੇ ਨੇ ਨਹੀਂ ਮੰਨਿਆ, ਸਾਡਾ ਬਚਨ ਨਹੀਂ ਨਾ ਮੰਨਿਆ, ਕਾਲ ਆਪਣਾ ਪਛਾਣਿਆ ਨਹੀਂ। ਜਿਹੜੀ ਮੌਤ ਸਾਹਮਣੇ ਖੜੀ ਸੀ ਸਾਨੂੰ ਦਿਸਦੀ ਸੀ। ਹਾਂਜੀ, ਦਗਾ ਨਹਿ ਜਾਣਿਓ ਲਿਖ ਦੀਨੋ ਜਿਉ ਲਿਖਾਇਓ। ਅਸੀਂ ਤਾਂ ਤੁਹਾਨੂੰ ਇਹ ਵੀ ਤੁਹਾਨੂੰ ਕਿਹਾ ਸੀ ਵੀ ਲਿਖ ਕੇ ਦੇ ਦਿਓ ਵੀ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਤੇ ਤੁਸੀਂ ਉਦੋਂ ਵੀ ਸੋਚਿਆ ਕੋਈ ਨਹੀਂ, ਫਟਾਫਟ ਲਿਖ ਕੇ ਦੇਤਾ ਵੀ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਤੁਸੀਂ ਤੁਰਕਾਂ ਦਾ ਦਗਾ ਹੀ ਨਹੀਂ ਪਛਾਣਿਆ। ਤੁਸੀਂ ਤੁਰਕਾਂ ਦੀਆਂ ਗੱਲਾਂ 'ਚ ਆ ਕੇ ਸਾਡੇ ਨਾਲ ਤੁਸੀਂ ਬੇਰੁਖੀ ਕਰ ਲਈ, ਗੁਰੂ ਨਾਲੋਂ ਨਾਤਾ ਤੋੜ ਲਿਆ। ਹਾਂਜੀ, ਭਏ ਅਨਜਾਨ ਹਿਤ ਆਪਨੋ ਨਾ ਧਾਰਿਓ ਚਿਤ। ਤੁਸੀਂ ਇੰਨੇ ਅਣਜਾਣ ਹੋ ਗਏ, ਆਪਣਾ ਭਲਾ ਵੀ ਨਹੀਂ ਸੋਚ ਸਕੇ। ਰਹੇ ਸਮਝਾਏ ਨਿਕ ਸਨ ਏਕ ਭਾਇਓ। ਅਸੀਂ ਤੁਹਾਨੂੰ ਸਮਝਾਉਂਦੇ ਰਹੇ, ਰੋਕਦੇ ਰਹੇ, ਪਰ ਤੁਸੀਂ ਇੱਕੋ ਜਿੱਦ ਫੜੀ ਸੀ, ਕਿਲਾ ਛੱਡਣਾ ਹੀ ਛੱਡਣਾ, ਇੱਥੋਂ ਜਾਣਾ ਹੀ ਜਾਣਾ ਹੈ। ਕਸਮ ਕੁਰਾਨ ਕੀ ਰਸੂਲ ਵਿੱਚ ਦੀਨੋ ਹੋਤੋ। ਇਹਨਾਂ ਨੇ ਦੇਖੋ ਖਾਲਸਾ ਜੀ, ਕੁਰਾਨ ਦੀ ਕਸਮ ਵੀ ਪਾਈ ਸੀ ਤੇ ਆਪਣੇ ਰਸੂਲ ਮੁਹੰਮਦ ਸਾਹਿਬ ਦੀ ਵੀ ਕਸਮ ਪਾਈ ਸੀ। ਦੇਖੋ ਖਾਲ ਨੀਚ ਹੁਨੇ ਦਲ ਕੋ ਪਠਾਇਓ। ਕਿੱਥੇ ਗਈਆਂ ਇਹਨਾਂ ਦੀਆਂ ਕਸਮਾਂ? ਆ ਮੂਰਖ ਔਰੰਗੇ ਪਾਪੀ ਨੇ ਆ ਕਿੱਡੀ ਫੌਜ ਭੇਜੀ ਹੈ, ਕਿੱਡਾ ਦਲ ਭੇਜਿਆ। ਆਲੇ ਦੁਆਲੇ ਕੋਈ ਖੇਤਾਂ ਵਿੱਚ ਕੋਈ ਥਾਂ ਦਿਸਦੀ ਜਿੱਥੇ ਫੌਜ ਨਹੀਂ ਖੜੀ ਹੋਈ। ਮੀਲਾਂ ਦੇ ਵਿੱਚ ਫੌਜ ਹੀ ਫੌਜ ਹੈ, ਫੌਜ ਹੀ ਫੌਜ ਹੈ ਦੁਸ਼ਮਣ ਦੀ। ਆਪਾਂ ਚਮਕੌਰ ਦੀ ਗੜੀ 'ਚ ਘਿਰੇ ਆ, ਜਿੱਧਰ ਨਿਗਾਹ ਮਾਰੋ ਆ ਤੁਰਕ ਔਰੰਗੇ ਦੀ ਫੌਜ ਆ। ਇਹ ਕਸਮਾਂ ਪਾਉਣ ਵਾਲਿਆਂ ਦਾ ਕੰਮ ਹੈ। ਹਾਂਜੀ, ਖਾਲਸੇ ਕੇ ਕਹੇ ਛੋਰ ਦੁਰਗ ਆਨੰਦਪੁਰ। ਅਸੀਂ ਤੁਹਾਡਾ ਕਹਿਣਾ ਮੰਨ ਕੇ, ਖਾਲਸੇ ਦਾ ਕਹਿਣਾ ਮੰਨ ਕੇ ਆਨੰਦਪੁਰ ਦਾ ਕਿਲਾ ਛੱਡ ਕੇ ਪਰੀ ਅਬ ਭੀਰ ਸਕਿਆ ਕੌਣ ਹੋਇ ਸਹਾਇਓ। ਇੱਥੇ ਆ ਗਏ ਆ, ਭੀੜਾਂ 'ਚ ਪੈ ਗਏ ਆ। ਖਾਲਸਾ ਜੀ ਹੁਣ ਕੌਣ ਮਦਦ ਕਰੇਗਾ? ਹੁਣ ਸਾਡੀ ਸਹਾਇਤਾ ਕੌਣ ਕਰ ਸਕਦਾ? ਹੁਣ ਸਾਡੀ ਹੈਲਪ ਕੌਣ ਕਰ ਸਕਦਾ ਹੈ? ਹਿੰਦੂ ਜੇ ਪਹਾੜੀ ਤੇਨ ਸਪਤ ਉਚਾਰੀ। ਆ ਜਿਹੜੇ ਪਹਾੜੀ ਰਾਜੇ ਨੇ ਹਿੰਦੂ, ਇਹਨਾਂ ਨੇ ਗਊ ਦੀ ਸਹੁੰ ਪਾਈ ਸੀ। ਇਹ ਕਹਿੰਦੇ ਗਊ ਮਾਤਾ ਦੀ ਕਸਮ ਹੈ ਸਾਨੂੰ, ਜੇ ਅਸੀਂ ਗੁਰੂ ਜੀ ਤੁਹਾਡੇ ਨਾਲ ਧੋਖਾ ਕਰੀਏ। ਕਿੱਥੇ ਗਈ ਗਊ ਦੀ ਕਸਮ? ਇਹਨਾਂ ਦੀ ਗਊ ਦੀ ਕਸਮ ਗਈ, ਉਹਦੀ ਔਰੰਗਜ਼ੇਬ ਦੀ ਕੁਰਾਨ ਦੀ ਕਸਮ ਗਈ। ਹਾਂਜੀ, ਧਰ ਠਾਕੁਰ ਅਗਾਰੀ ਵਿੱਚ ਵਿਪਰ ਦੇ ਪਠਾਇਓ ਹੈ। ਤੇ ਨਾਲ ਆਟੇ ਦੀ ਗਊ ਬਣਾ ਕੇ ਤੇ ਠਾਕਰ ਥਾਲੀ 'ਚ ਰੱਖ ਕੇ ਪੰਡਤ ਲੈ ਕੇ ਆਇਆ ਸੀ ਪੰਮਾ ਪਰੋਤ। ਉਧਰੋਂ ਕਾਜੀ ਕੁਰਾਨ ਲੈ ਕੇ ਉੱਤੇ ਲਿਖ, ਕੁਰਾਨ ਦੇ ਉੱਤੇ ਲਿਖਿਆ ਹੋਇਆ ਸੀ ਚਿੱਠੀ, ਜਿਹੜੇ ਪਹਿਲਾ ਪੰਨਾ ਹੁੰਦਾ ਨਾ ਕੁਰਾਨ ਦਾ, ਉੱਤੇ ਲਿਖਿਆ ਸੀ ਵੀ ਇਹ ਤੁਹਾਨੂੰ ਕੁਰਾਨ ਸਪੈਸ਼ਲ ਔਰੰਗਜ਼ੇਬ ਨੇ ਆਪਣੇ ਹੱਥ ਨਾਲ ਲਿਖ ਕੇ ਭੇਜਿਆ ਵੀ ਤੁਸੀਂ ਆਨੰਦਪੁਰ ਦਾ ਕਿਲਾ ਛੱਡ ਦਿਓ। ਕੁਰਾਨ ਦੀ ਕਸਮ ਹੈ, ਲਿਖ ਕੇ ਦਿੱਤੀ, ਤੁਸੀਂ ਕਦੀ ਅਸੀਂ ਤੁਹਾਡੇ ਨਾਲ ਧੋਖਾ ਨਹੀਂ ਕਰਾਂਗੇ। ਹਾਂਜੀ, ਤੈਸੇ ਹੀ ਮਲੇਛ ਪਤ ਖਵਾਜਾ ਮਰਦੂਦ ਪਠਿਓ। ਮਲੇਸ਼ੀਆ ਦੇ ਪਤੀ ਔਰੰਗੇ ਨੇ ਖਵਾਜੇ ਮਹਿਮੂਦ ਅਲੀ ਨੂੰ ਭੇਜਿਆ ਸੀ। ਧਰਮ ਇਮਾਨ ਦੋਨੋਂ ਹਾਨ ਕਿਆ ਦਿਖਾਇਓ ਹੈ। ਖਵਾਜਾ ਮਹਿਮੂਦ ਅਲੀ ਨੇ ਕੁਰਾਨ ਦੀ ਕਸਮ ਲਿਆਂਦੀ ਸੀ, ਪੰਮੇ ਪਰੋਤ ਨੇ ਆਪਣੇ ਗਊ ਤੇ ਗੀਤਾ ਦੀ ਕਸਮ ਖਾਧੀ ਸੀ, ਠਾਕਰ ਦੀ ਕਸਮ ਖਾਧੀ ਸੀ। ਤੇ ਦੇਖੋ ਕੋਈ ਵੀ ਆਪਣੀ ਕਸਮ ਤੇ ਪੂਰਾ ਨਹੀਂ। ਖਵਾਜਾ ਮਹਿਮੂਦ ਅਲੀ ਸਾਡੇ ਤੇ ਸਭ ਤੋਂ ਪਹਿਲਾਂ ਹਮਲਾਵਰ ਹੋਇਆ ਹੈ। ਅਬ ਤੋ ਉਪਾਏ ਸਾਮ ਦਾਮ ਭੇਦ ਬਣਿਆ ਨ ਹੈ। ਖਾਲਸਾ ਜੀ, ਰਾਜਨੀਤੀ ਦੇ 4 ਅੰਗ ਹੁੰਦੇ ਨੇ, ਸ਼ਾਮ, ਦਾਮ, ਭੇਦ ਤੇ ਦੰਡ। ਸ਼ਾਮ ਹੁੰਦਾ ਅਗਲੇ ਦੀ ਸ਼ਰਨ ਪੈ ਜਾ, ਸਿਲੰਡਰ ਕਰ ਦਿਓ, ਹੱਥ ਜੋੜਦੇ, ਭਰਾਵਾ ਤੂੰ ਤਗੜਾ, ਅਸੀਂ ਮਾੜੇ, ਪੈਰੀਂ ਹੱਥ ਲਾ ਦਿਓ, ਜਾਨ ਬਚਾ ਲਓ, ਇਹਨੂੰ ਕਹਿੰਦੇ ਸ਼ਾਮ। ਦਾਮ ਹੁੰਦਾ ਵੀ ਪੈਸਾ ਸੁੱਟ ਦਿਓ, ਲੱਖਾਂ ਰੁਪਈਆ ਦੇ ਦਿਓ ਅਗਲੇ ਨੂੰ ਵੀ ਤੇਰੀ ਸਾਡੀ ਸੁਕਾਰੀ ਦੁਸ਼ਮਣੀ ਆ, ਲੈ ਚੁੱਕ। ਅਗਲਾ ਕਹਿੰਦਾ ਪੈਸੇ ਮਿਲ ਗਏ, ਲੜਾਈ ਖਤਮ। ਤੀਜਾ ਹੁੰਦਾ ਉਹਦੇ ਘਰ 'ਚ ਫੁੱਟ ਪਾ ਦਿਓ, ਭੇਦ ਪਾ ਦਿਓ, ਉਹਦੇ ਅੰਦਰ ਕੋਈ ਨਾ ਕੋਈ ਫਰਕ ਪਾ ਦਿਓ, ਉਹਦਾ ਭੇਦ ਪਾ ਕੇ ਉਹਨੂੰ ਫਰਕ ਪਾ ਕੇ ਆਪਸ 'ਚ ਤੇ ਉਹਨੂੰ ਫੁੱਟ ਪਾ ਕੇ ਮਾਰ ਦਿਓ। ਤੇ ਚੌਥਾ ਹੁੰਦਾ ਫਿਰ ਡੰਡਾ। ਖਾਲਸਾ ਜੀ ਨਾਂ ਦਾ ਆਪਾਂ ਇਹਨਾਂ ਦੀ ਸ਼ਰਨ ਪੈਣ ਜੋਗੇ। ਸ਼ਰਨ ਪਿਆ ਉਹਨਾਂ ਨੂੰ ਛੱਡਣਗੇ? ਨਹੀਂ, ਸ਼ਰਨ ਆਪਾਂ ਪੈਣਾ ਨਹੀਂ, ਸਾਡੀ ਅਣਖ ਨਹੀਂ ਬਣਦੀ ਸ਼ਰਨ ਪੈਣਾ। ਪੈਸਾ ਅਸੀਂ ਦਈਏ, ਇਹਨਾਂ ਨੇ ਪੈਸੇ ਨਾਲ ਵੀ ਨਹੀਂ ਸਾਨੂੰ ਛੱਡਣਾ। ਹੁਣ ਇਸ ਵੇਲੇ ਅਸੀਂ ਇਹਨਾਂ 'ਚ ਭੇਦ ਵੀ ਨਹੀਂ ਪਾ ਸਕਦੇ, ਅਸੀਂ ਐਸੀ ਪ੍ਰਸਥਿਤੀ 'ਚ ਫਸੇ ਹੋਏ ਆ। ਆਪ ਤੋਂ ਸ਼ਾਮ ਦਾਮ ਭੇਦ ਬਣਿਆ ਨਾ, ਹੁਣ ਨਹੀਂ ਬਣ ਸਕਦੇ। ਹਾਂਜੀ, ਚੌਥੇ ਦੰਡ ਬਨੈ ਦਲ ਲਾਖੋਂ ਚੜ ਆਇਓ ਹੈ। ਹੁਣ ਲੱਖਾਂ ਵੈਰੀ ਲੜਨ ਨੂੰ ਹੀ ਆਇਆ ਹੈ। ਤੇ ਹੁਣ ਅਚੂਕਾਰ ਅਜ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਹੁਣ ਤਾਂ ਸਿਰਫ ਤਲਵਾਰ ਦੇ ਮੁੱਠੇ ਤੇ ਹੱਥ ਰੱਖਣਾ ਹੀ ਰਹਿ ਗਿਆ, ਇਸ ਤੋਂ ਬਿਨਾ ਹੁਣ ਕੋਈ ਹੀਲਾ ਨਹੀਂ ਰਹਿ ਗਿਆ। ਖਾਲਸਾ ਜੀ, ਗਿੱਦੜ ਕੀ ਮੌਤ ਨਹਿ ਮਰੋ ਰਿਪ ਹੱਥ ਨ ਤੇ। ਹੁਣ ਖਾਲਸਾ ਜੀ, ਦੁਸ਼ਮਣ ਦੇ ਹੱਥੋਂ ਗਿੱਦੜਾਂ ਦੀ ਮੌਤ ਨਾ ਮਰੋ। ਇਹ ਨਾ ਕਹਿਣ ਵੀ ਕਾਇਰਾਂ ਤਰ੍ਹਾਂ ਹੱਥ ਸੁੱਟ ਕੇ ਮਰ ਗਏ,
ਸੂਰਮਿਆਂ ਦੀ ਤਰ੍ਹਾਂ ਲੜ ਕੇ ਮਰੀਏ। ਹੁਣ ਕਰੋ ਜੁਧ ਗਾਡੋ ਜਿਮ ਪੂਰਬ ਮਚਾਇਓ ਹੈ। ਜਿਵੇਂ ਆਪਾਂ ਪਿਛਲੇ ਸਮਿਆਂ ਤੋਂ ਬੜੇ ਬੜੇ ਵੱਡੇ ਯੁੱਧ ਕਰਦੇ ਆਏ ਆ, ਇਹ ਸਾਡਾ ਖਾਨਦਾਨੀ ਕੰਮ ਹੈ ਤੇ ਆਪਾਂ ਹੁਣ ਕਰੀਏ। ਛੇਵੇਂ ਪਾਤਸ਼ਾਹ ਮਹਾਰਾਜ ਨੇ ਵੀ ਜੰਗ ਲੜੇ ਸੀ ਤੇ ਅਸੀਂ ਵੀ ਲੜਦੇ ਆ ਤੇ ਤੁਸੀਂ ਵੀ ਲੜਦੇ ਹੋ। ਆਪਾਂ ਸੂਰਮਿਆਂ ਛਤਰੀ ਕੋ ਪੂਤ ਹੋ ਬਾਹਮਣ ਕੋ ਨੈ ਕਹਿ ਤਪ ਆਵਤ ਹੈ ਜੋ ਕਰੋ। 10ਵੇਂ ਪਾਤਸ਼ਾਹ ਕਹਿੰਦੇ ਮੇਰੀ ਤਪੱਸਿਆ ਮਾਲਾ ਫੇਰਨੀ ਨਹੀਂ ਹੈ, ਮੇਰੀ ਤਪੱਸਿਆ ਖੰਡਾ ਖੜਕਾਣਾ ਹੈ, मेरी भक्ति यही है, मेरी तपस्या ये है। कह तप आवत है जो करो और जंजार जितो ग्रह को तो त्याग कहाँ चित्ता में धरो। अब रीच कहते हो वह है हमको जो हों विनती कर जोर करो। जब आव की औत निदान पड़े अत ही रण में तब जूझ भरो। हाँ जी। महानीच पापी कूर लापी दगा कीनो जिम जिन्हें महा नीच पापी औरंगजेब ने झूठ बोलने वाले दगेबाज ने दगा कीता है। पलटे को लह पंथ मूल दे उखाड़ का मेरा खालसा पंथ बदला ही लवेगा, गिण गिण के लवेगा, इन्हां दियां जड़ां पुट के रख देवेगा। जेतोपुर सारथ करोगे अब मारन को। खालसा जी बैरियां नूं मारन वास्ते हुण जिन्ना कुछ पुरुषार्थ करोगे, जिन्ना कुछ उद्यम करोगे, अगे वध वध के तेगा मारोगे ते तो राज भोगोगे जन्म निज धार का। ओने तुहानू राज भोगण, ओने जन्म राज करोगे। एक कदम दा एक जन्म दा तुहानू राज देंगे। साध संगत जी आ ਜਿਹੜੀਆਂ फौजां राज कर रही ना, हुण आपां राज कर रहे हैं। लोग कहते राज कोई नहीं, राज तां साडा है, खालसे दा पूरा ही राज है। ਅੱਜ ਜਿੰਨੀਆਂ ਸਾਨੂੰ ਮਹਾਰਾਜ ਨੇ ਸਹੂਲਤਾਂ ਦਿੱਤੀਆਂ ਕਿਹਦੇ ਕੋਲ ਨੇ ਦੱਸੋ। ਇਹਨਾਂ ਦੇ ਘਰ ਤੇ ਇੱਕ ਟਾਈਮ ਦੀ ਰੋਟੀ ਨਹੀਂ ਜੁੜਦੀ, ਵੱਡੇ ਵੱਡੇ ਬਣੇ ਫਿਰਦੇ ਆ, ਖਾਲਸੇ ਦੇ ਲੰਗਰ ਚੱਲ ਰਹੇ, ਸਰਦਾਰੀਆਂ ਚੱਲ ਰਹੀਆਂ, ਮਹਾਰਾਜ ਕਮੀ ਕੋਈ ਨਹੀਂ ਤੇ ਅੱਗੇ ਵੀ ਰਾਜ ਹੀ ਹੋਣਾ। ਸਮਝਣ ਦੀ ਗੱਲ ਹੈ। ਇਹ ਜਿਹੜੀ ਸਰਦਾਰੀ ਹੈ ਨਾ ਇਸ ਵੇਲੇ ਪੂਰੇ ਵਰਲਡ ਵਿੱਚ ਮਹਾਰਾਜ ਨੇ ਖਾਲਸੇ ਨੂੰ ਦਿੱਤੀ ਹੈ ਤੇ ਇਹ ਆਪਾਂ ਵੀ ਸੱਚੇ ਪਾਤਸ਼ਾਹ ਦੇ ਨਾਲ ਹੀ ਕੋਈ ਸੇਵਾ ਕੀਤੀ ਹੋਣੀ, ਕੋਈ ਚੰਗੀ ਕੋਈ ਮਾੜੀ, ਜਿੰਨੀ ਕੀਤੀ ਉਹਨਾਂ ਕੋ ਫਲ ਮਿਲ ਰਿਹਾ। ਮਹਾਰਾਜ ਕਹਿੰਦੇ ਜਿੰਨੇ ਅੱਗੇ ਕਦਮ ਵੱਧ ਕੇ ਤੇਗਾ ਮਾਰੋਗੇ ਨਾ ਉਹਨੇ जन्म लैके सुख भोगोगे। हाँ जी। कामना को पूर होए मिलेगो जरूर मोहे। कामना पूरियां होणगियां क्योंकि सारे निष्काम नहीं ना होंदे। जेड़ा निष्काम होके शहीद हुंदा ਉਹ ਸਿੱਧਾ ਸੱਚਖੰਡ ਜਾਂਦਾ। ਜਿਹੜਾ ਕੋਈ ਕਾਮਨਾ ਵਾਲਾ ਸ਼ਹੀਦ ਹੁੰਦਾ ਉਹਦੀ ਕਾਮਨਾ ਲਈ ਅੱਗੇ ਜਨਮ ਮਿਲਦਾ, ਉਹਨੂੰ ਫਿਰ ਉਦਾਂ ਦੀ ਸੁੱਖ ਆਰਾਮ ਮਿਲਦੇ ਨੇ, ਉਹਨੂੰ ਪੂਰੀਆਂ ਸਮਾਲੇ ਫੈਸਲੇ ਦਿੰਦਾ, ਫਿਰ ਉਹ ਸੱਚਖੰਡ ਚਲਾ ਜਾਂਦਾ। ਮਾਰੇ ਕਹਿੰਦੇ ਮਿਲਣਾ ਫਿਰ ਮੈਨੂੰ ਹੀ ਆਣਾ, ਮੇਰੇ ਸਿੱਖ ਨੇ ਮੇਰੇ ਕੋਲ ਹੀ। ਹਾਂਜੀ। ਰਾਖੋ ਹਜ਼ੂਰ ਜੋਰ ਬਿਦ ਨਿਰਵਾਰ ਕਾ। ਮਾਰੇ ਕਹਿੰਦੇ ਮੈਂ ਆਪਣੇ ਕੋਲ ਹੀ ਰੱਖਾਂਗਾ, ਮੈਂ ਬ੍ਰਹਮਾ ਦੀ ਬਣਾਈ ਹੋਈ ਜਿਹੜੀ ਵਿਧੀ ਹੈ ਉਹਨੂੰ ਵੀ ਮਿਟਾ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਤੁਹਾਡੇ ਕਰਮਾਂ 'ਚ ਨਹੀਂ ਨਾ ਲਿਖਿਆ ਸੱਚਖੰਡ ਤਾਂ ਮੈਂ ਲਿਖ ਸਕਦਾ ਹਾਂ। ਗੁਰੂ ਪੂਰਾ ਕੱਢ ਸਕਦਾ, ਨਰਕਾਂ 'ਚੋਂ ਕੱਢ ਸਕਦਾ। ਹਾਂਜੀ। ਜੁਧ ਕੇ ਸਮਾਨ ਤਪ ਜਗ ਕੋ ਵਿਧਾਨ ਨਹਿ। ਜੁਧ ਦੇ ਸਮਾਨ ਨਾ ਕੋਈ ਤਪ ਹੈ, ਨਾ ਕੋਈ ਯੱਗ ਹੈ, ਨਾ ਕੋਈ ਪੂਜਾ ਹੈ, ਨਾ ਕੋਈ ਪਾਠ ਹੈ। ਜੁਧ ਵਰਗਾ ਕੋਈ ਤਪ ਨਹੀਂ, ਪਰ ਜੁਧ ਦਾ ਤਪ ਕੋਈ ਸੂਰਮਾ ਹੀ ਕਰ ਸਕਦਾ ਕਿਉਂਕਿ ਤਪੱਸਿਆ ਤਾਂ ਆਪਣੇ ਆਪ ਨੂੰ ਗਾਲ ਕੇ ਹੁੰਦੀ ਹੈ। ਜਿਹੜੇ ਤਪਸਵੀ ਤਪ ਕਰਦੇ, ਕੋਈ ਪੁੱਠਾ ਲਟਕਦਾ ਹੈ, ਕੋਈ ਧੂਣੀਆਂ ਤਪਦਾ ਹੈ, ਕੋਈ ਕੁਛ ਕਰਦਾ ਹੈ, ਕੁਛ ਤਪੱਸਿਆ ਹੁੰਦੀ ਹੈ। ਕਿਉਂ ਕਰਦੇ ਆ? ਵੀ ਸਰੀਰ ਤੋਂ ਸਾਡਾ ਮਨ ਪਰੇ ਜਾਵੇ। ਤਪੱਸਿਆ ਧੂਣੀ ਤਾਣ ਦਾ ਜਾਂ ਬਰਫ਼ 'ਚ ਬਹਿਣ ਦਾ ਜਾਂ ਪੁੱਠੇ ਲਟਕਣ ਦਾ ਕੀ ਮਤਲਬ ਹੈ? ਵੀ ਅਸੀਂ ਸਰੀਰ ਤੋਂ ਪਰੇ ਹੋਈਏ, ਸਾਡਾ ਧਿਆਨ ਸਰੀਰ ਤੋਂ ਪਰੇ ਹੋਵੇ। ਪਰ ਯੁੱਧ ਤੋਂ ਵੱਧ ਕੇ ਤਪੱਸਿਆ ਤੇ ਕੋਈ ਹੈ ਨਹੀਂ, ਜਿੱਥੇ ਗੋਲੀਆਂ ਛਾਤੀ 'ਚ ਵੱਜਣੀਆਂ ਨੇ, ਤੀਰ ਵੱਜਣੇ ਨੇ, ਖੰਡੇ ਚੱਲਣੇ ਨੇ। ਫਿਰ ਉਹ ਤਪੱਸਿਆ ਕਈ ਸਾਲ, ਕਈ ਜਨਮ ਕਰਨੀ ਪੈਂਦੀ ਹੈ। ਇਹ ਤਪੱਸਿਆ ਮਿੰਟਾਂ ਸਕਿੰਟਾਂ ਦੀ ਹੋ ਜਾਂਦੀ ਹੈ। ਤੇ ਮਹਾਰਾਜ ਕਹਿੰਦੇ ਯੁੱਧ ਵਰਗੀ ਕੋਈ ਤਪੱਸਿਆ ਨਹੀਂ ਹੈ। ਹਾਂਜੀ। ਇੱਕ ਘੜੀ ਬੀਚ ਦੋਨੋਂ ਲੋਕ ਲੈ ਸੁਧਾਰ ਕਾ। ਇੱਕ ਘੜੀ ਦੇ ਵਿੱਚ ਦੋਵੇਂ ਲੋਕ ਸੁਧਰ ਜਾਂਦੇ ਆ। ਸੂਰਮੇ ਦਾ ਇਹ ਲੋਕ ਵੀ ਸੁਧਰ ਜਾਂਦਾ। ਜੇ ਸੂਰਮਾ ਜੰਗ ਜਿੱਤ ਜਾਵੇ, ਰਾਜ ਕਰਦਾ ਧਰਤੀ ਤੇ, ਸਰਦਾਰੀ ਹੁੰਦੀ ਉਹਦੀ ਹੈ, ਸ਼ਹੀਦ ਹੋ ਜਾਵੇ ਸੱਚਖੰਡ ਚਲਾ ਜਾਂਦਾ। ਦੋਵੇਂ ਲੋਕ ਸੁਧਰ ਜਾਂਦੇ, ਪਿੱਛੇ ਉਹਦਾ ਸੰਸਾਰ ਤੇ ਵੀ ਨਾਂ ਰਹਿੰਦਾ, ਜਸ ਰਹਿੰਦਾ ਸੂਰਮੇ ਦਾ। ਹਾਂਜੀ। ਆਠ ਸਿੰਘ ਏਕ ਬਾਹੀ ਦੀਨੀ ਤਨੈ। ਫਿਰ ਮਹਾਰਾਜ 10ਵੇਂ ਪਾਤਸ਼ਾਹ ਮੋਰਚੇਬੰਦੀ ਕਿਵੇਂ ਕੀਤੀ? ਚਮਕੌਰ ਦੀ ਗੜੀ ਦੀਆਂ ਆ 4 ਬਾਹੀਆਂ ਨੇ, 4 ਬਾਹੀਆਂ ਦੇ ਉੱਤੇ 8 ਸਿੰਘਾਂ ਦੀ ਡਿਊਟੀ ਲਾਤੀ। 8 ਸਿੰਘਾਂ ਦੀ ਪੂਰਬ ਵਾਲੇ ਪਾਸੇ, 8 ਸਿੰਘਾਂ ਦੀ ਪੱਛਮ ਵਾਲੇ ਪਾਸੇ, 8 ਸਿੰਘਾਂ ਦੀ ਉੱਤਰ ਵਾਲੇ ਪਾਸੇ ਤੇ 8 ਸਿੰਘਾਂ ਦੀ ਦੱਖਣ ਵਾਲੇ ਪਾਸੇ ਸਤਿਗੁਰੂ ਜੀ ਨੇ ਪਹਿਰਾ ਲਾਇਆ ਹੈ। 30 ਦੋਏ ਸਿੰਘ ਗਹਿ ਆਯੁਧ ਪੇ ਸਾਵਧਾਨ। ਇਹਦਾ 32 ਸਿੰਘ, 8 ਚੌਕਾ 32,
32 ਸਿੰਘ ਜਿਹੜੇ ਸ਼ਸਤਰ ਲੈ ਕੇ ਬੰਦੂਕਾਂ ਤੇ ਤੀਰ ਕਮਾਨ ਲੈ ਕੇ ਮੋਰਚੇ ਦੇ ਉੱਤੇ ਬੈਠ ਗਏ ਹਨ ਗੜੀ ਤੇ। ਕੋਠਾ ਸਿੰਘ ਏਕ ਔਰ ਮਦਨ ਸਿੰਘ ਦੋਨੋਂ ਹੁਕੋ ਭਾਈ ਮਦਨ ਸਿੰਘ ਜੀ ਭਾਈ ਕੋਠਾ ਸਿੰਘ ਜੀ ਦੋਵੇਂ ਸੂਰਮੇ ਦੀਨੋਂ ਪਾਰ ਗਾਡੇ ਰਹੋ ਕੀਜਾ ਰੇ ਬਹੇ ਰਹਾਨ। ਉਹਨਾਂ ਨੂੰ ਦਰਵਾਜ਼ੇ ਦੇ ਵਿੱਚ ਖੜਾ ਕਰ ਦਿੱਤਾ ਵੀ ਇੱਥੋਂ ਖੜ ਕੇ ਮੇਨ ਦਰਵਾਜ਼ੇ ਤੋਂ ਗੋਲੀ ਦੁਸ਼ਮਣ ਤੇ ਚਲਾਣੀ ਹੈ। ਗੋਲਕਾ ਬਰੂਦ ਨੇ ਡਾਰੀਏ ਤੁਫੰਗ ਵਿੱਚ। ਸਿੰਘਾਂ ਨੇ ਆਖਿਆ ਗੋਲੀਆਂ ਥੋੜੀਆਂ ਨੇ ਬਰੂਦ ਥੋੜਾ। ਮਾਰੇ ਕਹਿੰਦੇ ਲੋੜ ਨਹੀਂ ਗੋਲੀਆਂ ਪਾਉਣ ਦੀ ਬਰੂਦ ਨਹੀਂ ਪਾਣਾ ਬਾ ਘੋੜਾ ਹੀ ਦੱਬੀ ਜਾਣਾ ਸ਼ਹੀਦੀ ਫੌਜਾਂ ਆਪੇ ਹੀ ਚਲਾਣਗੀਆਂ ਹੁਣ। ਹਾਂਜੀ ਤੋੜਾ ਦੇਹੋ ਡਾਮ ਡਾਮ ਛੁੱਟ ਹੈ ਨਾ ਸੰਕਠਾਨ। ਬਸ ਤੋੜਾ ਹੀ ਡੰਬਣਾ ਹੈ ਤੋੜਾ ਤੁਖਾਈ ਜਾਓ ਤੇ ਗੋਲੀ ਚੱਲੇਗੀ। ਇਹ ਅਕਾਲ ਪੁਰਖ ਜਾਣਦਾ ਜਾਂ ਅਸੀਂ ਜਾਣਦੇ ਕਿਹੜੀ ਖੇਡ ਵਰਤੇਗੀ। ਹਾਂਜੀ ਦੋਨੋਂ ਸੁਤ ਦਇਆ ਸਿੰਘ ਸੰਤ ਸਿੰਘ ਪਾਸ ਰਾਖੇ। ਦੋਵੇਂ ਸਾਹਿਬਜ਼ਾਦੇ ਭਾਈ ਦਇਆ ਸਿੰਘ ਤੇ ਭਾਈ ਸੰਤ ਸਿੰਘ ਜੀ ਨੂੰ ਕੋਲ ਰੱਖ ਲਿਆ। ਪ੍ਰਭ ਸੇ ਅਟਾਰੀ ਮਹਿਕਮਾਨ ਬਾਨ ਤਾਨ ਪਾਨ। ਦੋ ਪੁੱਤਰ ਤੇ ਦੋ ਸਿੰਘ ਲੈ ਕੇ ਮਹਾਰਾਜ ਆਪ ਪੰਜਵੇਂ ਅਟਾਰੀ 'ਚ ਬੈਠ ਗਏ। ਆਲਮ ਮਰਗੇਂਦਰ ਔਰ ਮਾਨ ਸਿੰਘ ਦੋਨੋਂ ਵੀਰ। ਭਾਈ ਆਲਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਦੋਵੇਂ ਸੂਰਮੇ। ਫਿਰਾਂ ਚਾਰੋਂ ओर ਸੁਧ ਸਭ ਕੀ ਰਖਨ ਕੋ। ਆਲਮ ਸਿੰਘ ਤੇ ਮਾਨ ਸਿੰਘ ਦੀ ਡਿਊਟੀ ਲਾਈ ਵੀ ਚਾਰੇ ਪਾਸੇ ਘੁੰਮਦੇ ਰਹਿਣ। ਕਿਸੇ ਸਿੰਘ ਨੂੰ ਜੋ ਚਾਹੀਦਾ ਉਹ ਪਹੁੰਚਾਉਣਾ ਉਹਨਾਂ ਨੂੰ ਦੱਸਣਾ ਇਹ ਤੁਹਾਡਾ ਪਹਿਰਾ। ਭਾਈ ਆਲਮ ਸਿੰਘ ਜੀ ਤੇ ਮਾਨ ਸਿੰਘ ਬਹੁਤ ਵੱਡੇ ਮਾਨ ਸਿੰਘ ਦੇ ਭਾਈ ਮਨੀ ਸਿੰਘ ਜੀ ਦੇ ਸਕੇ ਭਰਾ ਸਨ ਤੇ ਭਾਈ ਆਲਮ ਸਿੰਘ ਜਿਹੜੇ ਸਨ ਇਹ ਸਿਆਲਕੋਟ ਦੇ ਸਨ ਪਰ ਇਹਨਾਂ ਦੇ ਪਰਿਵਾਰ ਚੋਂ ਰਿਸ਼ਤੇਦਾਰ ਲੱਗਦੇ ਸਨ। ਸਤਿਗੁਰਾਂ ਦੇ ਗੜਵਈ ਸਨ। ਸਾਰੀ ਉਮਰ ਮਹਾਰਾਜ ਦਸਵੇਂ ਪਾਤਸ਼ਾਹ ਦੀ ਗੜਵਈ ਦਾ ਪਹਿਰਾ ਭਾਈ ਆਲਮ ਸਿੰਘ ਜੀ ਨੇ ਨਿਭਾਇਆ। ਜੰਗ ਦੇ ਮੈਦਾਨ 'ਚ ਜਾਂਦੇ ਸਨ ਤੇ ਇਦਾਂ ਪੈਂਤੜਾ ਪਾਉਂਦੇ ਸੀ ਜਿਵੇਂ ਨਚਾਰ ਨੱਚਦਾ ਹੈ। ਆਲਮ ਸਿੰਘ ਨੱਚਣਾ ਤਾਂ ਤੇ ਮਹਾਰਾਜ ਨੇ ਨਾਂ ਰੱਖ ਦਿੱਤਾ ਆਲਮ ਸਿੰਘ ਨੱਚਣਾ। ਇਹ ਕਹਿੰਦੇ ਵੀ 10-10 20-20 50-50 ਨਾ ਤੁਰਕਾਂ ਵੈਰੀਆਂ ਨੂੰ ਇਕੱਠੇ ਕਰ ਲੈਂਦਾ ਸੀ। ਆਓ ਮੇਰੇ ਨੇੜੇ ਇਦਾਂ ਦਾ ਜੰਗ ਕਰਦਾ ਸੀ। ਉਹ ਘੇਰਾ ਪਾ ਲੈਂਦੇ ਸੀ। ਜਦੋਂ ਘੇਰਾ ਪਾ ਲੈਂਦੇ ਸੀ ਤੇ ਆਲਮ ਸਿੰਘ ਬਰਛੇ ਦੀ ਢੇਸ ਲਾ ਕੇ ਉੱਪਰ ਛਾਲ ਮਾਰ ਜਾਂਦਾ ਸੀ। ਉਹ ਆਪਸ ਟਕਰਾ ਜਾਂਦੇ ਸੀ ਪਿੱਛੋਂ ਦੀ 5-7 ਨੂੰ ਬਰਛੇ ਨਾਲ ਪਰੋ ਕੇ ਤੇ ਉਹ ਲੰਘ ਜਾਂਦਾ ਸੀ। ਇੰਨਾ ਫੁਰਤੀਲਾ ਸੀਗਾ ਉਹ। ਉੜਦੇ ਪੰਛੀ ਨੂੰ ਅਸਮਾਨ 'ਚੋਂ ਗੋਲੀ ਨਾਲ ਥੱਲੇ ਸੁੱਟ ਲੈਂਦਾ ਸੀਗਾ। ਸ਼ੇਰ ਦਾ ਸ਼ਿਕਾਰ ਉਹਨੇ ਕਈ ਵਾਰੀ ਕੀਤਾ। ਉਹਦਾ ਨਿਸ਼ਾਨਾ ਕਦੇ ਨਹੀਂ ਸੀ ਚੁੱਕਿਆ। ਆਲਮ ਸਿੰਘ ਦਸਵੇਂ ਪਾਤਸ਼ਾਹ ਦਾ ਗੜਵਈ ਤੇ ਭਾਈ ਮਾਨ ਸਿੰਘ ਜੀ ਨਿਸ਼ਾਨ ਸੀ। ਹਾਂਜੀ ਗੁਰੂ ਆਗੇ ਸੀਸ ਦੀਨੋ ਕੀਨੇ ਪ੍ਰਾਣ ਸਭ ਹੁਨੇ। ਕਹਿੰਦੇ ਸਤਿਗੁਰਾਂ ਦੇ ਅੱਗੇ ਇਹਨਾਂ ਨੇ ਸੀਸ ਭੇਟਾ ਕਰ ਦਿੱਤੇ। ਸਤਿਗੁਰ ਆ ਕੇ ਸੀਸ ਭੇਟ ਦਿਓ। ਸਭ ਨੇ ਪਰਨ ਕਰ ਲਏ ਗੜੀ ਦੇ ਵਿੱਚ ਵੀ ਅੱਜ ਸੱਚੇ ਪਾਤਸ਼ਾਹ ਜੀ ਸੀਸ ਤੁਹਾਡੇ ਲੇਖੇ ਲਾਵਾਂਗੇ। ਮਾਰਾਂਗੇ ਮਲੇਛਨ ਪਰ ਹਾਰੇ ਆਯੁਧਨ ਕੋ। ਕਹਿੰਦੇ ਅੱਜ ਮੈਰੀਆਂ ਨੂੰ ਮਲੇਸ਼ਾਂ ਨੂੰ ਮਾਰਾਂਗੇ ਸ਼ਹੀਦੀਆਂ ਪਾਵਾਂਗੇ। ਨੀਰ ਅਰ ਅਨ ਲੀਨੋ ਜੇਤਕ ਸੋ ਹਾਥ ਆਇਓ। ਕਹਿੰਦੇ ਜਿੰਨਾ ਕੁ ਬਾਹਰੋਂ ਪਾਣੀ ਢੋ ਸਕਦੇ ਸੀ ਜਾਂ ਅੰਦਰ ਕੋਈ ਖੂਹੀ ਸੀ ਉੱਥੋਂ ਪਾਣੀ ਲੈ ਲਿਆ ਤੇ ਜਿੰਨਾ ਕੁ ਆਟਾ ਦਾਲ ਮਿਲਦਾ ਸੀ ਇਧਰੋਂ ਉਧਰੋਂ ਇਕੱਠਾ ਕਰਕੇ ਫਟਾਫਟ ਖਾਲਸੇ ਨੇ ਅੰਦਰ ਜਮਾ ਕਰ ਲਿਆ। ਕੀ ਪਤਾ ਕਿੰਨੇ ਦਿਨ ਘੇਰਾ ਪਿਆ ਰਵੇ ਕਿਉਂਕਿ ਲੜੇ ਤਾਂ ਨਹੀਂ ਇੱਕੋ ਦਿਨ ਹੀ ਲੜਾਈ ਨਿਬੜ ਜਾਣੀ ਹੈ ਜਾਂ 2 ਦਿਨ ਲੱਗਣੇ ਆ 4 ਦਿਨ। ਸੋ ਉਹਦੇ ਵਾਸਤੇ ਖਾਲਸੇ 6 ਮਹੀਨੇ ਦਾ ਰਹਿ ਕੇ ਚੜੇ ਹਾਂ ਪੂਰਾ ਜਿਵੇਂ ਅੱਜ ਖਾਲਸਾ 6 ਮਹੀਨੇ ਦਾ ਰਹਿ ਕੇ ਦਿੱਲੀ ਪਹੁੰਚ ਗਿਆ ਨਾ ਏਦਾਂ ਉਹ ਰਾਸ਼ਨ ਪਾਣੀ ਆਲੇ ਦੁਆਲੇ ਲੈ ਕੇ ਆਟਾ ਦਾਲ ਅੰਦਰ ਕਰ ਲਿਆ ਤੇ ਗੱਫੇ ਪ੍ਰਸ਼ਾਦੇ ਛਕ ਕੇ ਤਿਆਰ ਹੋ ਗਏ। ਹਾਂਜੀ ਖਾਇਓ ਮਨ ਭਾਇਓ ਸਵਾ ਦਾਨ ਕੀਨ ਤਨ ਕੋ। ਆ ਲੰਗਰ ਪਾਣੀ ਛਕ ਕੇ ਜੇਗਾ ਪਾਣੀ ਛਕ ਕੇ ਤਿਆਰ ਹੋ ਗਿਆ ਖਾਲਸਾ। ਵੀਰ ਰਸ ਰਾਤੇ ਸ੍ਰੀ ਗੋਬਿੰਦ ਸਿੰਘ ਰਾਤੇ। ਆਮੀਨ। ਵੀਰ ਰਸ ਰਾਤੇ ਸ੍ਰੀ ਗੋਬਿੰਦ ਸਿੰਘ ਰਾਤੇ ਨੇ। ਕਵੀ ਜੀ ਲਿਖਦੇ ਆ ਵੀ ਵੀਰ ਰਸ ਦੇ ਵਿੱਚ ਰੱਤੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਅੱਖਾਂ ਲਾਲ ਸਨ ਉਸ ਵੇਲੇ। ਹਾਂਜੀ ਰਾਤੋ ਮੁਖ ਰੋਸ ਮੈਂ ਬਿਲੋਕਿਆ ਸਤਰ ਗਨ ਕੋ। ਤੇ ਚਿਹਰਾ ਵੀ ਲਾਲ ਸੁਰਖ ਸੀਗਾ ਤੇ ਸ਼ਤਰੂਆਂ ਵੱਲ ਵੇਖ ਰਹੇ ਸਨ। ਆਹਨ ਮਨਿੰਦ ਬ੍ਰਿੰਦ ਹੋਏ ਆਏ ਦਲ। ਟਿੱਡੀ ਦੀ ਦਲਾਂ ਜਿਵੇਂ ਟਿੱਡੀਆਂ ਦਾ ਦਲ ਆ ਜਾਂਦਾ ਨਾ ਏਦਾਂ ਤੁਰਕਾਂ ਦੀਆਂ ਦਲਾਂ ਦੇ ਦਲ ਆ ਹੀ ਰਹੇ ਸਨ। ਹਾਂਜੀ 10 ਲੱਖ ਆਇਓ ਨਇਓ ਪੂਰਬ ਸੋ ਢੂਕੇ ਹੈ। 10 ਲੱਖ ਤੇ ਨਵਾਂ ਆਇਆ ਤੇ ਜਿਹੜਾ ਪਿੱਛੇ ਸੀ ਨਾ ਬਚਿਆ ਖੁਚਿਆ 10 ਲੱਖ ਚੋਂ ਉਹ ਵੀ ਸਾਰਾ ਉੱਥੇ ਆ ਗਿਆ। ਭਾਜੇ ਲੋਕ ਗ੍ਰਾਮ ਉਤ ਪਾਤ ਕੋ ਬੜੋ ਬਿਲੋਕ। ਪਿੰਡ ਵਾਲੇ ਲੋਕ ਸਭ ਬੱਚੇ ਬੁੱਢੇ ਬੀਬੀਆਂ ਭੱਜਣ ਲੱਗ ਪਏ। ਉਹਨਾਂ ਨੇ ਆਪਣੇ ਡੰਗਰਾਂ ਦੇ ਵੀ ਰੱਸੇ ਖੋਲਦੇ ਤੇ ਘਰਾਂ 'ਚੋਂ ਦੌੜ ਪਏ ਵੀ ਇੱਥੋਂ ਨਿਕਲ ਚੱਲੋ ਇੱਥੇ ਤੁਰਕਾਂ ਦੀ ਲੜਾਈ 'ਚ ਪਤਾ ਨਹੀਂ ਕਿਹਨੂੰ ਮਾਰ ਦੇਣਾ ਕੀ ਹੋਣਾ ਉਜਾੜਾ ਹੋ ਜਾਣਾ ਪਿੰਡ ਦਾ। ਚਮਕੌਰ ਦਾ ਬੱਚਾ ਬਾਹਰ ਨੂੰ ਦੌੜਿਆ ਡਰ ਕੇ। ਛੋਰ ਤੂਰਨ ਸਦਨ ਕੇ ਤਲੂਕੇ ਹੈ। ਕਹਿੰਦੇ ਆਪਣੇ ਘਰਾਂ ਨੂੰ ਛੱਡ ਕੇ ਜਾ ਲੁਕੇ ਬਾਹਰ ਦੂਰ ਚਲੇ ਗਏ ਭੱਜ ਗਏ ਲੋਕ ਡਰਦੇ ਮਾਰੇ। ਕਿਉ ਅਗਵਾਨੀ ਹੋਏ ਜਾਏ ਕਿਆ ਮਲੇਛ ਮਿਲੇ। ਤੇ ਕਈ ਦਿਨ ਜਾ ਕੇ ਅਫਸਰਾਂ ਨੂੰ ਮਿਲੇ ਜਾ ਕੇ ਵੀ ਸਾਨੂੰ ਨਾ ਮਾਰਿਆ ਜੀ ਅਸੀਂ ਤਾਂ ਪਿੰਡ ਵਾਲੇ ਆ
ਸਾਡੇ ਤੇ ਰਹਿਮ ਕਰਿਆ ਜੇ, ਸਾਡੇ ਤੇ ਗੁਰੂ ਨੇ ਆ ਕੇ ਕਬਜ਼ਾ ਕਰ ਲਿਆ, ਸਾਡਾ ਕੋਈ ਕਸੂਰ ਨਹੀਂ ਹੈ। ਕਾਰਨ ਬਤਾਵਨ ਕੇ ਮਾਰ ਉੱਚੇ ਰੁਕੇ ਕਹਿੰਦੇ ਹੈ। ਨਾਲ ਜਾ ਕੇ ਕਾਰਨ ਬਤਾਉਣ, ਉੱਚੀ ਪੁਕਾਰ ਕੀਤੀ। ਕੱਲ ਦੱਸਿਆ ਵੀ ਸਾਡਾ ਨਹੀਂ ਕਸੂਰ ਕੋਈ, ਗੁਰੂ ਰਾਹ ਜਾਂਦਾ ਸਾਡੇ ਘਰ ਵੜ ਗਿਆ ਹੈ। ਚਾਰੋਂ ਓਰ ਹੇਲ ਘਾਲ ਆਏ ਜਿਸ ਕਾਲ ਢਿਗ। ਜਦੋਂ ਚਾਰੇ ਪਾਸੋਂ ਹੱਲਾ ਕਰਕੇ ਇਹ ਨੇੜੇ ਆ ਗਏ ਤੁਰਕ। ਮਾਰੋ ਮਾਰੋ ਲਿਹੋ ਗਿਆ ਹੈ ਸੂਰ ਕੂਰ ਕੂਕੇ ਹੈ। ਮਾਰ ਲਓ ਕਹਿੰਦੇ ਕੂਕਾਂ ਮਾਰਦੇ ਹਨ ਤੁਰਕ। ਦੋਹਰਾ ਇਸ ਪ੍ਰਕਾਰ ਜਬ ਨੇਰ ਪਾ। ਇਸ ਪ੍ਰਕਾਰ ਜਦੋਂ ਸਾਧ ਸੰਗਤ ਜੀ ਨੇੜੇ ਆ ਗਏ ਥਰੇ ਗ੍ਰਾਮ ਮਹਿ ਤੇ ਆਏ। ਪਿੰਡ ਦੇ ਵਿੱਚ ਆ ਬੜੇ ਆਲੇ ਦੁਆਲੇ ਇਹਨਾਂ ਨੇ ਘੇਰਾ ਘੱਤ ਲਿਆ। ਅੰਤਰ ਤੇ ਤਬ ਸੂਰ ਮੇ। ਤਾਂ ਅੰਦਰੋਂ ਮਹਾਰਾਜ 10ਵੇਂ ਪਾਤਸ਼ਾਹ ਦਾ ਇਸ਼ਾਰਾ ਪਾ ਕੇ ਖਾਲਸੇ ਨੇ ਗੋਰੀ ਸਰਬਰ ਖਾਏ। ਗੋਲੀਆਂ ਤੇ ਤੀਰਾਂ ਦਾ ਵੀ ਦੁਸ਼ਮਣ ਤੇ ਵਰਾਣਾ ਸ਼ੁਰੂ ਕਰ ਦਿੱਤਾ। ਦੋਹਾਂ ਪਾਸਿਆਂ ਤੋਂ ਗੋਲੀ ਚੱਲਣੀ ਸ਼ੁਰੂ ਹੋਈ ਹੈ। ਚਮਕੌਰ ਦਾ ਜੰਗ 8 ਪੋ 1704 ਨੂੰ ਸਵੇਰੇ ਹੀ ਸ਼ੁਰੂ ਹੋ ਗਿਆ ਸੀ। ਸਾਰਾ ਦਿਨ ਉਹ ਜੰਗ ਜਾਰੀ ਰਿਹਾ, ਜਿਹਦੇ ਵਿੱਚ ਸਾਹਿਬ ਸੱਚੇ ਪਾਤਸ਼ਾਹ ਕਲਗੀਧਰ ਜੀ ਦੇ ਉਹ 40 ਸਿੰਘ, ਜਿਨ੍ਹਾਂ ਵਿੱਚੋਂ ਨਾਲ 2 ਸਾਹਿਬਜ਼ਾਦੇ ਉਹ ਸ਼ਹੀਦੀਆਂ ਪਾ ਗਏ। ਉਹ ਕਥਾ ਆਪਾਂ ਆਉਣ ਵਾਲੇ ਦਿਨਾਂ 'ਚ ਤਾਂ ਸਰਵਣ ਕਰਨੀ, ਕਿਉਂਕਿ ਉਹ ਦਿਹਾੜੇ ਨੇੜੇ ਆ ਰਹੇ ਨੇ। ਤੇ ਹਰ ਸਾਲ ਜਿੱਥੇ ਜਿੱਥੇ ਗੁਰੂ ਦਾ ਸਿੱਖ ਹੁੰਦਾ ਉਹ ਚਮਕੌਰ ਸਾਹਿਬ ਪਹੁੰਚਦਾ ਜਾਂ ਫਤਿਹਗੜ੍ਹ ਸਾਹਿਬ ਜਾ ਕੇ ਸਿੱਖ ਸੰਗਤਾਂ ਨਤਮਸਤਕ ਹੁੰਦੀਆਂ ਨੇ। ਸ਼ਹੀਦਾਂ ਸਿੰਘਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟਾ ਕਰਦੀਆਂ ਨੇ। ਜਿਹੜੇ ਨਹੀਂ ਜਾ ਸਕਦੇ ਉਹ ਵੀ ਦੀਵਾਨਾਂ ਦੁਆਰਾ ਕੀਰਤਨ ਕਥਾ ਪ੍ਰੋਗਰਾਮ ਕਰਕੇ ਮਹਾਰਾਜ ਦੇ ਸਾਹਿਬਜ਼ਾਦਿਆਂ ਸ਼ਹੀਦਾਂ ਨੂੰ ਯਾਦ ਕਰਦੇ। ਪੁਰਾਣੇ ਸਿੰਘ ਤਾਂ ਮੰਜੇ ਤੇ ਨਹੀਂ ਸੀ ਸੌਂਦੇ ਹੁੰਦੇ, ਉਹਨਾਂ ਦਿਨਾਂ ਨੂੰ ਯਾਦ ਕਰਿਆ ਕਰਦੇ ਸੀ। ਸਾਨੂੰ ਪੁਰਾਣੇ ਬਜ਼ੁਰਗਾਂ ਨੇ ਸਿੱਖੀ ਦ੍ਰਿੜ ਕਰਨ ਵਾਸਤੇ ਬੜੇ ਤਰੀਕੇ ਦੱਸੇ ਸਨ। ਸਿਮਰਤੀ ਬਣੀ ਰਹਿੰਦੀ ਹੈ, ਕਿਉਂਕਿ ਯਾਦ ਸਿਮਰਤੀ ਜੇ ਭੁੱਲ ਜਾਵੇ ਸਭ ਕੁਝ ਭੁੱਲ ਜਾਂਦਾ ਹੈ। ਅੱਜ ਸਾਡੇ ਲੋਕ ਜਿਹੜੇ ਤਰਕਵਾਦੀ ਹੋ ਗਏ ਨਾ, ਇਹਨਾਂ ਤਰਕਵਾਦੀਆਂ ਨੇ ਸਾਡੇ ਅੰਦਰੋਂ ਸ਼ਰਧਾ ਦਾ ਬੀਜ ਨਾਸ ਕਰਨ ਦੀ ਕੋਸ਼ਿਸ਼ ਤਾਂ ਕੀਤੀ ਹੈ, ਪਰ ਹੋਣਾ ਕੋਈ ਨਹੀਂ। ਇਹ ਕਲਗੀਧਰ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਸ਼ਹੀਦਾਂ ਸਿੰਘਾਂ ਦਾ ਖੂਨ ਸਾਡੇ ਅੰਦਰ ਰਹਿਣਾ ਹੈ, ਉਹ ਯਾਦ ਬਣੀ ਰਹਿਣੀ ਹੈ। ਸੋ ਖਾਲਸਾ ਜੀ ਇਤਨੇ ਬਚਨ ਪ੍ਰਵਾਨ ਕਰਨੇ। हे गोविंद हे गोपाल हे दयाला प्राणनाथ नाथ सखे दीन दर्द निवार। हे समरथ अगम पूरण मोह मया आंध तुग महा प्यान नानक आए कम शरणा।